ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਜੀ। ਟੋਰਾਂਟੋ ਸਟੂਡੀਓ ਤੋਂ ਮੈਂ ਹਰਜੀਤ ਸਿੰਘ ਗਿੱਲ ਤੇ ਮੇਰੇ ਨਾਲ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦਸਾਂਝ ਆ ਗਏ ਨੇ। ਤੁਹਾਡੇ ਨਾਲ ਮਿਲ ਜੁਲ ਕੇ ਅਸੀਂ ਕੁਝ ਗੱਲਾਂ ਬਾਤਾਂ ਕਰਾਂਗੇ ਭਾਰਤ ਦੀਆਂ ਤੇ ਦੁਨੀਆ ਭਰ ਦੀਆਂ ਖਬਰਾਂ ਦੇ ਉੱਤੇ, ਔਰ ਵਿਸ਼ਲੇਸ਼ਣ ਜਿਵੇਂ ਕਰਦੇ ਨੇ ਦਸਾਂਝ ਸਾਹਿਬ ਉਹਨਾਂ ਕੋਲੋਂ ਲਵਾਂਗੇ ਕਿ ਖਬਰ ਜਿਹੜੀ ਆ ਇਹਦੇ ਅਰਥ ਕੀ ਹੈ ਤੇ ਖਬਰ ਹੈ ਕੀ। ਅਸਲ 'ਚ ਖਬਰਾਂ ਤਾਂ ਹਰ ਜਗ੍ਹਾ ਮਿਲ ਜਾਂਦੀਆਂ ਨੇ। ਖਬਰਾਂ ਆਪਾਂ ਸਵੇਰ ਤੋਂ ਸ਼ਾਮ ਤੱਕ ਖਬਰਾਂ ਦੇ ਸੰਸਾਰ ਨਾਲ ਜੁੜੇ ਰਹਿੰਦੇ ਹਾਂ। ਅੰਦਾਜ਼ ਹੁੰਦਾ ਆਪਣਾ ਆਪਣਾ, ਔਰ ਸੁਸ਼ੀਲ ਦਾ ਜਿਹੜਾ ਅੰਦਾਜ਼ ਹੈ ਤੁਹਾਨੂੰ ਚੰਗਾ ਲੱਗਦਾ, ਤੁਹਾਡਾ ਧੰਨਵਾਦ ਵੀ ਕਰਦੇ ਹਾਂ। ਔਰ ਸੁਸ਼ੀਲ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹ ਸਵਖਤੇ ਉੱਠ ਕੇ ਹਰ ਰੋਜ਼ ਸਾਡੇ ਨਾਲ ਕਰਦੇ ਗੱਲਬਾਤ। ਕਦੀ ਕਦੀ ਲੇਟ ਹੋ ਜਾਂਦੇ, ਵੈਸੇ ਕੋਈ ਗੱਲ ਨਹੀਂ। ਸੋ ਸੁਸ਼ੀਲ ਜੀ ਤੁਹਾਡਾ ਸਵਾਗਤ ਹੈ ਜੀ, ਤੁਹਾਡਾ ਜੀ ਆਇਆਂ ਨੂੰ ਤੁਹਾਨੂੰ। बहुत शुक्रिया जी, बहुत मेहरबानी हरजीत गिल जी ते टीवी पंजाबी दुनिया के सारे दर्शकों का भी चंडीगढ़ स्टूडियो तो स्वागत है जी। जी हरजीत जी। ਦਸਾਂਝ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਉੱਦਾਂ ਤਾਂ ਕਿਸਾਨ ਖਬਰਾਂ ਸਭ ਤੋਂ ਜ਼ਬਰਦਸਤ ਖਬਰਾਂ ਤਾਂ ਉੱਥੋਂ ਦੀਆਂ ਆ ਰਹੀਆਂ ਨੇ, ਪਰ ਮੈਂ ਖਬਰ ਅਫਗਾਨਿਸਤਾਨ ਦੀ ਲੈਣਾ ਚਾਹੁੰਦਾ ਹਾਂ ਕਿ ਅਫਗਾਨਿਸਤਾਨ 'ਚ ਲਗਾਤਾਰ ਜਿਹੜੇ ਆ ਉਹ ਮੁਜ਼ਾਹਰੇ ਹੋ ਰਹੇ ਤਾਲਿਬਾਨ ਦੇ ਖਿਲਾਫ, ਔਰ ਖਾਸ ਕਰਕੇ ਜਿਹੜਾ ਵੂਮਨ ਦੀ ਪਾਰਟਿਸਿਪੇਸ਼ਨ ਆ ਉਹ ਇੱਕ ਬੜਾ ਪੋਜ਼ਿਟਿਵ ਚੀਜ਼ ਨਜ਼ਰ ਆ ਰਹੀ ਹੈ। ਆਪਾਂ ਅੰਦੋਲਨ ਨੂੰ ਹਮੇਸ਼ਾ ਹੀ ਕਹਿੰਦੇ ਆ ਕਿ ਅੰਦੋਲਨ ਹੀ ਇਸ ਧਰਤੀ ਦੇ ਉੱਤੇ ਨਵੀਂ ਸਿਰਜਣਾ ਜਿਹੜੀ ਆ ਉਹ ਪੈਦਾ ਕਰਦੇ ਨੇ, ਨਵੇਂ ਵਿਚਾਰ ਲੈ ਕੇ ਆਉਂਦੇ ਨੇ। ਤੇ ਜਿਹੜੀਆਂ ਅਫਗਾਨਿਸਤਾਨ ਦੀਆਂ ਔਰਤਾਂ ਦੇ ਵੱਲੋਂ ਅੰਦੋਲਨ ਸ਼ੁਰੂ ਕਰ ਦਿੱਤਾ ਗਿਆ ਤਾਲਿਬਾਨ ਦੇ ਦੌਰ ਦੇ ਸ਼ੁਰੂਆਤੀ ਦੌਰ ਵਿੱਚ ਹੀ, ਯਾਨੀ ਕਿ ਇਹਦਾ ਕੀ ਸੰਦੇਸ਼ ਆਏਗਾ ਦੁਨੀਆ ਨੂੰ, ਔਰ ਇਹ ਤੋਂ ਕੀ ਆਪਾਂ ਉਮੀਦ ਕਰ ਸਕਦੇ ਹਾਂ? ਇੱਕ ਤਸਵੀਰ ਜਿਹੜੀ ਆ ਮੈਂ ਕੱਲ ਦੀ ਅਖਬਾਰ 'ਚ ਦੇਖਿਆ ਸੀ, ਬੜੀ ਕਮਾਲ ਦੀ ਉਹ ਤਸਵੀਰ ਹੈ। ਤੇ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਔਰਤਾਂ ਉੱਤੇ ਪ੍ਰਦਰਸ਼ਨ ਕਰਦੀਆਂ ਨੇ ਲਗਾਤਾਰ, ਤੇ ਉਹ ਪ੍ਰਦਰਸ਼ਨ ਵੀ ਹੋ ਰਿਹਾ ਸੀ। ਤੇ ਇੱਕ ਔਰਤ ਜਿਹੜੀ ਆ ਉਹ ਖੜੀ ਸੀ ਤੇ ਉਹਦੀ ਜਿਹੜੀ ਬਾਂਹ ਜਿਹੜੀ ਆ ਉਹ ਉੱਪਰ ਨੂੰ ਸੀ, ਜਿੱਦਾਂ ਜ਼ਿੰਦਾਬਾਦ ਦਾ ਨਾਅਰਾ ਲਾਈਦਾ, ਤੇ ਉਹਦੇ ਸਾਹਮਣੇ ਬਿਲਕੁਲ ਸਾਹਮਣੇ ਇੱਕ ਤਾਲੀਬਾਨੀ ਸੀਗਾ ਖੜਾ, ਤੇ ਉਹਨੇ ਬੰਦੂਕ ਦੀ ਨਾਲੀ ਜਿਹੜੀ ਆ ਮਤਲਬ ਉਹਦੇ ਵੱਲ ਤਾੜੀ ਹੋਈ ਸੀ, ਬੰਦੂਕ ਉਹਦੇ ਵੱਲ ਤਾੜੀ ਹੋਈ ਸੀ। ਤਸਵੀਰ ਮੈਂ ਦੇਖਦਿਆਂ ਮੇਰੇ ਮਨ 'ਚ ਖਿਆਲ ਆ ਰਿਹਾ ਸੀ ਵੀ ਜਦੋਂ ਲੋਕ ਲੜਦੇ ਨੇ ਤੇ ਫਿਰ ਮੌਤ ਜਿਹੜੀ ਆ ਉਹਦਾ ਖੌਫ ਬਿਲਕੁਲ ਖਤਮ ਹੋ ਜਾਂਦਾ ਹੈ। ਮਤਲਬ ਬੰਦੂਕ ਦੀ ਅੱਖ 'ਚ ਅੱਖ ਪਾ ਕੇ ਦੇਖਣ ਦਾ ਉਹ ਜਿਹੜਾ ਵੇਲਾ ਹੁੰਦਾ ਹੈ, ਉਹਦੇ 'ਚ ਮੌਤ ਜਿਹੜੀ ਹੈ ਕਿਤੇ ਨਹੀਂ, ਜ਼ਿੰਦਗੀ ਹੁੰਦੀ। ਤੇ ਇਹ ਤਸਵੀਰ ਆਪਣੇ ਆਪ 'ਚ ਇਸ ਤਰ੍ਹਾਂ ਦਾ ਬਿਆਨ ਕਰ ਰਹੀ ਸੀ। ਮੈਨੂੰ ਯਾਦ ਆਇਆ ਕਿ ਤੁਸੀਂ ਵੀ ਉਹ ਦੌਰ ਦੇਖਿਆ ਵੀ ਪੰਜਾਬ ਦੇ ਵਿੱਚ ਜਿਹੜਾ ਸਮਾਂ ਰਿਹਾ 15 ਸਾਲ ਦੇ ਲਗਭਗ, ਜਿਹੜਾ ਉਹ ਪੰਜਾਬ ਦਾ ਸੰਕਟ ਦਾ ਜਿਹੜਾ ਦੌਰ ਰਿਹਾ, ਉਦੋਂ ਮੇਰੀ ਉਮਰ ਛੋਟੀ ਸੀ, ਪਰ ਇੰਨੀ ਜ਼ਿਆਦਾ ਉਦੋਂ ਅੱਗ ਹੁੰਦੀ ਸੀ, ਊਰਜਾ ਹੁੰਦੀ ਸੀ, ਤੇ ਮਤਲਬ ਮੌਤ ਦਾ ਕਿਤੇ ਖੌਫ ਨਹੀਂ ਸੀ, ਡਰ ਨਹੀਂ ਸੀ। ਸਵੇਰੇ ਜਾਈਦਾ ਸੀ, ਸ਼ਾਮ ਨੂੰ ਪਤਾ ਨਹੀਂ ਹੁੰਦਾ ਸੀ ਘਰ ਵਾਪਸ ਆਉਣਾ ਜਾਂ ਨਹੀਂ ਆਉਣਾ। ਕਾਲਜ ਪੜ੍ਹਦੇ ਸੀ ਤੇ ਲਗਾਤਾਰ ਉਸ ਦੌਰ ਦੇ ਵਿੱਚ ਜਿਹੜਾ ਆ ਤੁਹਾਡੇ ਵਰਗੇ ਬਾਕੀ ਦੋਸਤ ਮਿੱਤਰ ਜਿਹੜੇ ਸਾਰੇ ਆ ਉਸ ਦੌਰ ਤੋਂ ਲੰਘੇ ਆ, ਤੇ ਉਸ ਦੌਰ 'ਚ ਅਸੀਂ ਦੇਖਿਆ ਵੀ ਉਹ ਫਿਰ ਮੈਨੂੰ ਵਿਗਿਆਨ ਦਾ ਜਿਹੜਾ ਉਹ ਨਿਯਮ ਜਿਹੜਾ ਯਾਦ ਆ ਜਾਂਦਾ ਹੈ ਵੀ ਤੁਸੀਂ ਜਿੰਨਾ ਕਿਸੇ ਚੀਜ਼ ਦਾ ਵਿਰੋਧ ਕਰੋਗੇ ਉਨਾ ਹੀ ਉਹਦਾ ਫੈਲਾਅ ਹੁੰਦਾ। ਸੋ ਇੱਥੇ ਮੈਨੂੰ ਕਾਬਲ ਦੇ ਵਿੱਚ ਦਿਖਾਈ ਦੇ ਰਿਹਾ ਵੀ ਤਾਲਿਬਾਨ ਦੇ ਜ਼ੁਲਮ ਜਿਹੜੇ ਨੇ ਪਿਛਲੀ ਜਦੋਂ ਉਹਨਾਂ ਦੀ ਸੱਤਾ ਸੀ, ਹਕੂਮਤ ਸੀ, ਉਹ ਜ਼ੁਲਮ ਜਿਹੜੇ ਆ ਹਾਲੇ ਤੱਕ ਵੀ ਲੋਕਾਂ ਨੂੰ ਯਾਦ ਨਹੀਂ। ਅੱਜ ਤਾਲਿਬਾਨ ਨੂੰ ਬਦਲੇ ਹੋਏ ਰੂਪ 'ਚ ਦੇਖਿਆ ਜਾ ਰਿਹਾ, ਤੇ ਪਰ ਉਹਦੇ ਬਾਵਜੂਦ ਤਾਲਿਬਾਨ ਜਿਹੜਾ ਆ ਉਹਦੀ ਫਿਤਰਤ ਉਹੀ ਹੈ। ਤੇ ਵਾਰ-ਵਾਰ ਉੱਥੋਂ ਖਬਰਾਂ ਆਉਂਦੀਆਂ ਨੇ, ਜਿੱਦਾਂ ਅੱਜ ਇਹ ਖਬਰਾਂ ਨੇ ਕਿ ਪ੍ਰਦਰਸ਼ਨ ਜਦੋਂ ਹੋ ਰਹੇ ਸੀ ਤੇ ਭਾਵੇਂ ਫਾਇਰਿੰਗ ਜਾਂ ਹਵਾਈ ਫਾਇਰਿੰਗ ਹੋਈ ਆ, ਪਰ ਸਿੱਧੀਆਂ ਗੋਲੀਆਂ ਲੋਕਾਂ ਨੇ ਨਹੀਂ ਮਾਰੀਆਂ ਗਈਆਂ, ਪਰ ਕੋੜੇ ਜਿਹੜੇ ਆ ਉਭਰਾਏ ਗਏ ਨੇ। ਜਾਣੀ ਕੋਈ ਬਹੁਤਾ ਫਰਕ ਨਹੀਂ ਹੈ। ਤੇ ਇਹ ਸਾਰਾ ਕੁਝ ਕਾਬਲ ਦੇ ਵਿੱਚ ਹੈ। ਮੈਂ ਅੱਗੇ ਵੀ ਇਹ ਗੱਲ ਕਹਿੰਦਾ ਕਿ ਕਾਬਲ ਦੇ ਵਿੱਚ ਤਾਲਿਬਾਨ ਕਿਸੇ ਹੋਰ ਰੂਪ 'ਚ ਦਿਖਾਈ ਦੇ ਰਿਹਾ, ਪਰ ਕਾਬਲ ਤੋਂ ਬਾਹਰ ਜਿਹੜਾ ਸਾਰਾ ਅਫਗਾਨਿਸਤਾਨ ਹੈ, ਜਿੱਥੇ 3.5 ਕਰੋੜ ਜਨਤਾ ਰਹਿੰਦੀ ਹੈ, ਉੱਥੇ ਤਾਲਿਬਾਨ ਜਿਹੜਾ ਹੈ ਉਹ ਬਿਲਕੁਲ ਆਪਣੀ ਮੂਲ ਸਰੂਪ ਦੇ ਵਿੱਚ, ਮੂਲ ਸੁਭਾਅ ਦੇ ਤੌਰ ਦੇ ਉੱਤੇ ਕੰਮ ਕਰ ਰਿਹਾ, ਜਿਹਦੀਆਂ ਖਬਰਾਂ ਬਹੁਤੀਆਂ ਆ ਨਹੀਂ ਰਹੀਆਂ। ਪਰ ਇੱਕ ਚੰਗੀ ਗੱਲ ਇਹ ਹੈ ਕਿ ਉਹਦਾ ਜਿਹੜਾ ਤਾਲਿਬਾਨ ਦਾ ਜਿਹੜਾ ਵਿਰੋਧ ਹੈ ਉਹ ਹਰ ਪਲ ਹੋ ਰਿਹਾ ਹੈ। ਤੇ ਹਾਲੇ ਤਾਂ ਉਹ ਅੱਗੇ ਹਕੂਮਤ ਉਹਨੇ ਹੁਣੇ ਬਣਾਈ ਹੈ ਹਕੂਮਤ, ਦੂਜਾ ਦਿਨ ਹੈ, ਤੇ ਉਹ ਹਕੂਮਤ ਕਿੱਦਾਂ ਵਰਕ ਕਰੇਗੀ ਕਿੱਦਾਂ ਨਹੀਂ, ਇਹ ਤਾਂ ਭਵਿੱਖ ਦੱਸੇਗਾ। ਪਰ ਹਕੂਮਤ ਦੇ ਖਿਲਾਫ ਹੁਣ ਤੋਂ ਹੀ ਜਿਹੜਾ ਜਿਸ ਕਿਸਮ ਦਾ ਗੁੱਸਾ, ਜਾਂ ਕਹਿ ਲਓ
ਉਹਨਾਂ ਦਾ ਜਿਹੜਾ ਕਰੈਕਟਰ ਹੈ, ਅੰਦੋਲਨ ਜਿਹੜਾ ਉਹਨਾਂ ਦੇ ਖਿਲਾਫ ਹੋ ਰਿਹਾ, ਜਿਹਦਾ ਜ਼ਿਕਰ ਆਪਾਂ ਕਰ ਰਹੇ ਹਾਂ, ਜਾਂ ਵਿਰੋਧ ਜਿਹੜਾ ਹੋ ਰਿਹਾ, ਉਹਦਾ ਕਰੈਕਟਰ ਕਿਤੇ ਕੁਝ ਹੈ, ਕਿਤੇ ਕੁਝ ਹੈ। ਕਾਬਲ 'ਚ ਉਹਦਾ ਸੁਭਾਅ ਇਹ ਹੈ ਉਸ ਵਿਦਰੋਹ ਦਾ, ਔਰਤਾਂ ਦਾ ਖਾਸ ਤੌਰ ਦੇ ਉੱਤੇ, ਵੀ ਸਾਨੂੰ ਵੀ ਸੱਤਾ 'ਚ ਹਿੱਸੇਦਾਰੀ ਚਾਹੀਦੀ ਹੈ। ਤੇ ਬਾਕੀ ਥਾਵਾਂ ਤੇ ਵਿਦਰੋਹ ਹੋਰ ਤਰ੍ਹਾਂ ਦਾ ਹੈ। ਪੰਜਸ਼ੀਰ ਤੋਂ ਖਬਰ ਆ ਰਹੀ ਹੈ ਕਿ ਭਾਵੇਂ ਕਿਹਾ ਗਿਆ ਕਿ ਪੰਜਸ਼ੀਰ ਦੇ ਉੱਤੇ ਕਬਜ਼ਾ ਕਰ ਲਿਆ ਹੈ ਤਾਲਿਬਾਨ ਨੇ ਮੁਕੰਮਲ ਤੌਰ ਤੇ, ਪਰ ਉੱਥੋਂ ਖਬਰ ਇਹ ਆ ਰਹੀ ਹੈ ਕਿ ਉਹਨਾਂ ਨੇ ਵੀ ਪੈਰਲਲ ਗਵਰਨਮੈਂਟ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਇਹ ਖਬਰਾਂ ਕੁਝ ਜਿਹੜੀਆਂ ਬਹੁਤ ਕਲੈਰਿਟੀ ਨਾਲ ਵੀ ਨਹੀਂ ਆ ਰਹੀਆਂ, ਕਿਉਂਕਿ ਰੀਅਲ ਉੱਥੇ ਕਿੱਦਾਂ ਦੀ ਸਿਚੁਏਸ਼ਨ ਹੈ ਪੰਜਸ਼ੀਰ ਦੀ, ਮੁਕੰਮਲ ਕਬਜ਼ਾ ਹੋ ਗਿਆ ਜਾਂ ਨਹੀਂ ਹੋ ਗਿਆ, ਤੇ ਅਹਿਮਦ ਮਸੂਦ ਜਿਹੜੇ ਆ ਉੱਥੋਂ ਚਲੇ ਗਏ ਨੇ ਜਾਂ ਨਹੀਂ ਚਲੇ ਗਏ। ਇੱਦਾਂ ਦੀਆਂ ਖਬਰਾਂ ਤਾਂ ਆ ਰਹੀਆਂ ਉੱਥੋਂ ਚਲੇ ਗਏ, ਪਰ ਅਹਿਮਦ ਮਸੂਦ ਦੇ ਹਵਾਲੇ ਨਾਲ ਹੀ ਖਬਰ ਹੈ ਵੀ ਉਹ ਕਹਿੰਦੇ ਕਿ ਅਸੀਂ ਬਰਾਬਰ ਦੀ ਹੁਕੂਮਤ ਅਫਗਾਨਿਸਤਾਨ ਦੇ ਵਿੱਚ ਬਣਾਵਾਂਗੇ। ਸੋ ਕਈ ਫਰੰਟ ਨੇ ਜਿਹੜੇ ਫੇਸ ਕਰਨੇ ਪੈ ਰਹੇ ਨੇ ਤਾਲਿਬਾਨ। ਨਾਲ ਦੇ ਮੁਲਕਾਂ ਦੇ ਨਾਲ ਕਿੱਦਾਂ ਸੰਬੰਧ ਰੱਖਣੇ ਨੇ, ਕਿਉਂਕਿ ਤੁਰਕੀ ਦਾ ਇੱਕ ਬਿਆਨ ਆਇਆ ਇਹਨਾਂ ਦਿਨਾਂ ਤੇ, ਇਹ ਮਤਲਬ ਆ 24 ਘੰਟੇ ਦੇ ਵਿੱਚ ਹੀ ਤੁਰਕੀ ਨੇ ਇਹ ਗੱਲ ਕਹੀ ਹੈ ਕਿ ਬਾਕੀ ਦੁਨੀਆ ਜਿਹੜੀ ਹੈ ਉਹਨੂੰ ਅਫਗਾਨਿਸਤਾਨ ਦੀ ਜਿਹੜੀ ਇਹ ਸਰਕਾਰ ਬਣੀ ਉਹਨੂੰ ਮਾਨਤਾ ਦੇਣ ਵੇਲੇ ਥੋੜੀ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ, ਕਾਹਲੀ ਨਹੀਂ ਕਰਨੀ ਚਾਹੀਦੀ। ਸੋ ਉਹਨੂੰ ਮਾਨਤਾ ਮਿਲਦੀ ਹੈ, ਨਹੀਂ ਮਿਲਦੀ ਹੈ, ਕਿੰਨੇ ਕੁ ਮੁਲਕ ਮਾਨਤਾ ਦਿੰਦੇ, ਕਿੰਨੇ ਕੁ ਨਹੀਂ, ਗੁਆਂਢੀ ਮੁਲਕਾਂ ਦਾ ਕਿਸ ਤਰ੍ਹਾਂ ਦਾ ਵਿਹਾਰ ਰਹਿੰਦਾ, ਇਹ ਇੱਕ ਵੱਖਰਾ ਫਰੰਟ ਹੈ। ਜਿਹੜੇ ਲੋਕ ਉੱਥੇ ਉਹਨਾਂ ਦੀ ਖਿਲਾਫਤ ਕਰ ਰਹੇ ਨੇ ਉਹਨਾਂ ਨੂੰ ਕਿਵੇਂ ਟੈਕਲ ਕਰਨਾ, ਉਹ ਇੱਕ ਵੱਖਰਾ ਫਰੰਟ ਹੈ। ਉੱਥੋਂ ਹਿਜਰਤ ਜਿਹੜੀ ਹੋ ਰਹੀ ਹੈ, ਕਿਸੇ ਨੂੰ ਜਾਣ ਦੇਣਾ ਜਾਂ ਨਹੀਂ ਜਾਣ ਦੇਣਾ, ਕਿਸੇ ਨੂੰ ਰੋਕਣਾ ਜਾਂ ਨਹੀਂ ਰੋਕਣਾ, ਇੱਕ ਵੱਖਰਾ ਫਰੰਟ ਹੈ। ਸੋ ਕਈ ਫਰੰਟ ਨੇ, ਕਈ ਮੋਰਚੇ ਨੇ ਜਿਨ੍ਹਾਂ ਦਾ ਮੁਕਾਬਲਾ ਤਾਲਿਬਾਨ ਨੂੰ ਉੱਥੇ ਕਰਨਾ ਪੈ ਰਿਹਾ ਹੈ। ਸੌਖਾ ਨਹੀਂ ਹੈ ਤਾਲਿਬਾਨ ਦਾ ਅਫਗਾਨਿਸਤਾਨ 'ਚ ਇਸ ਵਾਰ ਜਿਹੜੀ ਆ ਹੁਕੂਮਤ ਨੂੰ ਅੱਗੇ ਤੋਰਨਾ ਜਾਂ ਹੁਕੂਮਤ ਕਰਨਾ। ਦਸਾਂਝ ਸਾਹਿਬ, ਜਿੱਥੋਂ ਤੱਕ ਮਾਨਤਾ ਦਾ ਸਵਾਲ ਹੈ, ਮੈਨੂੰ ਲੱਗਦਾ ਹੈ ਕਿ ਤਾਲਿਬਾਨ ਜਿਸ ਤਰ੍ਹਾਂ ਦੀ ਸਰਕਾਰ ਜਾਂ ਜਿੱਦਾਂ ਦਾ ਉਹਨਾਂ ਦਾ ਕਾਰ ਵਿਹਾਰ ਆ, ਉਹਨਾਂ ਨੂੰ ਬਹੁਤਾ ਫਰਕ ਨਹੀਂ ਪੈਂਦਾ। ਉਹ ਕਿਹੜਾ ਕੋਈ ਦੇਸ਼ ਦੀ ਤਰੱਕੀ ਕਰਨ ਲਈ ਅੱਗੇ ਆਏ ਆ, ਜਾਂ ਉਹ ਕੋਈ ਇਸ ਤਰ੍ਹਾਂ ਦਾ ਕੋਈ ਇਤਿਹਾਸ ਸਿਰਜਣ ਆਏ ਆ ਕਿ ਉਹਨਾਂ ਨੇ ਅਫਗਾਨਿਸਤਾਨ ਨੂੰ ਦੁਨੀਆ ਦੇ ਮੋਢੇ ਨਾਲ ਮੋਢਾ ਮਿਲਾ ਕੇ ਅੱਗੇ ਲੈ ਕੇ ਜਾਣਾ ਆ। ਉਹ ਤਾਂ ਸਗੋਂ ਪਿਛਲੀਆਂ ਸਦੀਆਂ ਵੱਲ ਖਿੱਚਣ ਵਾਲੀ ਫੋਰਸ ਹੈ, ਤਾਕਤ ਹੈ, ਜਿਹੜੀ ਲੋਕਾਂ ਨੂੰ ਅੱਗੇ ਜਾਣ ਤੋਂ ਰੋਕ ਰਹੀ ਹੈ ਤੇ ਪੁਰਾਣੀਆਂ ਰਵਾਇਤਾਂ ਵੱਲ ਧੱਕ ਰਹੀ ਹੈ। ਉਹਨਾਂ ਨੂੰ ਕੀ ਫਰਕ ਪੈਂਦਾ ਕਿ ਕੋਈ ਉਹਨਾਂ ਨੂੰ ਮਾਨਤਾ ਦੇਵੇ ਨਾ ਦੇਵੇ? ਜੇ ਮਾਨਤਾ ਨਹੀਂ ਵੀ ਮਿਲਦੀ, ਵੱਧ ਤੋਂ ਵੱਧ ਇਹੀ ਹੈ ਨਾ ਕਿ ਉਹਨਾਂ ਦੇ ਦੁਨੀਆ ਬਾਕੀ ਨਾਲ ਸੰਬੰਧ ਨਹੀਂ ਰਹਿਣਗੇ, ਲੋਕੀ ਆਰਥਿਕ ਮਦਦ ਨਹੀਂ ਕਰਨਗੇ, ਗਰੀਬੀ ਹੋਏਗੀ, ਭੁੱਖਮਰੀ ਹੋਏਗੀ। ਤੇ ਅੱਜ ਕੱਲ੍ਹ ਦੀਆਂ ਸਰਕਾਰਾਂ ਨੂੰ ਤੇ ਇਹ ਗੱਲ ਸੂਤ ਕਰਦੀ ਆ। ਅੱਜ ਮੈਂ ਕਿਸੇ ਹੋਰ ਜਗ੍ਹਾ ਵੀ ਸੀਗਾ, ਕੁਝ ਵਿਦਵਾਨ ਸੱਜਣ ਸੀਗੇ ਨਾਲ, ਤੇ ਉੱਥੇ ਵੀ ਇਹ ਗੱਲ ਚੱਲੀ ਸੀਗੀ ਕਿ ਭਾਰਤ ਦੀ ਜਦੋਂ ਗੱਲ ਕਰਦੇ ਆ ਤੇ ਇੱਕ ਮੈਂ ਤਾਂ ਵੇਖਿਆ ਕਿ ਚੌਖਟਾ ਅਸੀਂ ਲੋਕ ਬਣਾ ਲੈਂਦੇ ਹਾਂ, ਉਹਦੇ ਦਾਇਰੇ 'ਚ ਹੀ ਗੱਲਾਂ ਕਰੀ ਜਾਂਦੇ ਹਾਂ। ਉੱਥੇ ਵੀ ਗੱਲ ਚੱਲੀ ਕਿ ਭਾਰਤ ਦੇ ਬਾਜ਼ਾਰ ਤੇ ਕਾਰਪੋਰੇਟ ਦੀ ਨਜ਼ਰ ਹੈ, ਦੁਨੀਆ ਦੀ ਨਜ਼ਰ ਹੈ। ਤੇ ਮੈਂ ਉਹਨਾਂ ਨੂੰ ਪੁੱਛ ਰਿਹਾ ਸੀਗਾ ਕਿ ਜਿਸ ਤਰੀਕੇ ਨਾਲ ਭਾਰਤ ਦੀ ਸਰਕਾਰ ਕੰਮ ਕਰ ਰਹੀ ਆ, ਤੇ ਜੇ ਲੋਕ ਜਿੰਨੇ ਮਰਜ਼ੀ ਗਿਣਤੀ 'ਚ ਹੋਣ, ਅਸੀਂ ਕਹਿੰਦੇ ਹਾਂ 100 ਕਰੋੜ ਤੋਂ 150 ਕਰੋੜ ਦੀ ਆਬਾਦੀ ਹੋ ਚੱਲੀ ਆ, ਜੇ ਉਹਨਾਂ ਦੇ ਪੱਲੇ ਹੀ ਕੁਝ ਨਹੀਂ ਹੋਊਗਾ, ਪਰਚੇਜਿੰਗ ਪਾਵਰ ਹੀ ਨਹੀਂ ਹੋਊਗੀ, ਜਿਵੇਂ ਤੁਸੀਂ ਕਹਿੰਦੇ ਹੁੰਦੇ ਹੋ ਨੰਗੇ ਪੈਰਾਂ ਵਾਲਾ ਭਾਰਤ ਹੈ ਇੱਕ, ਤੇ ਜੇ ਉਹ ਨੰਗੇ ਪੈਰਾਂ ਵਾਲੇ ਹੀ ਭਾਰਤੀ ਹਰ ਜਗ੍ਹਾ ਦਿਖਣਗੇ, ਉਹਨਾਂ ਨੂੰ ਰੋਜ਼ੀ ਰੋਟੀ ਵਾਸਤੇ ਕੋਈ ਸਾਧਨ ਨਹੀਂ ਹੋਣਗੇ, ਢਿੱਡ ਭਰਨ ਦੇ ਸਾਧਨ ਨਹੀਂ ਹੋਣਗੇ, ਤੇ ਬਾਜ਼ਾਰ ਨੇ ਉੱਥੇ ਜਾ ਕੇ ਕੀ ਕਰਨਾ ਹੈ? ਉੱਥੇ ਮੈਕਡੋਨਲਡ ਕੀ ਕਰੂਗਾ? ਉੱਥੇ ਜਾ ਕੇ ਵਾਲਮਾਰਟ ਕੀ ਕਰੂਗਾ? ਉੱਥੇ ਹੀ ਚੱਲੂਗਾ ਨਾ ਜਿੱਥੇ ਕਾਰਪੋਰੇਟ ਵੀ ਉੱਥੇ ਹੀ ਜਾ ਕੇ ਪੈਰ ਪਸਾਰੂਗਾ, ਜਿੱਥੇ ਲੋਕਾਂ ਕੋਲ ਮਾੜੀ ਮੋਟੀ ਗੁੰਜਾਇਸ਼ ਹੋਊਗੀ। ਤੇ ਤਾਲਿਬਾਨ ਨੂੰ ਤਾਂ ਕੋਈ ਫਰਕ ਹੀ ਨਹੀਂ ਪੈਂਦਾ, ਉਹ ਤਾਂ ਕਹਿੰਦੇ ਨਾ ਉਹ ਜੀ ਅਸੀਂ ਆਪਣਾ ਕਰ ਲਾਂਗੇ। ਦੇਖੋ, ਗੱਲ ਬਿਲਕੁਲ ਤੁਹਾਡੀ ਦਰੁਸਤ ਹੈ, ਪਰ ਇਹ ਵੀ ਇਹ ਜਿਹੜੀ ਗੁਰਬਤ ਹੈ, ਜਿਹਦੇ ਨਾਲ ਜਿਹੜੀ ਗੁਰਬਤ ਪੈਦਾ ਹੁੰਦੀ ਹੈ, ਲਗਾਤਾਰ ਜਿਹੜੀ ਹੈ ਜ਼ਿੰਦਗੀ ਦੇ ਜਿਉਣ ਦੇ ਵਸੀਲੇ ਜਿਹੜੇ ਆ ਲਗਾਤਾਰ ਘਟਦੇ ਜਾਂਦੇ ਆ, ਤਾਂ ਫਿਰ ਲਾਜ਼ਮੀ ਹੈ ਕਿ ਉਹਦੇ ਵਿਰੋਧ ਦੇ ਵਿੱਚ ਸੁਲਹ ਜਿਹੜੀ ਆ ਅੱਜ ਨਹੀਂ ਤਾਂ ਕੱਲ੍ਹ ਨੂੰ ਕੇਸ ਤਾਂ ਹੋਣੀ ਹੈ। ਸੋ ਤਾਲਿਬਾਨ ਨੂੰ ਫਰਕ ਇਹ ਪੈਂਦਾ ਹੈ ਕਿ ਉਹ ਫਿਰ ਜਿਹੜੀ ਉਹਦੀ ਸੱਤਾ ਉਹਨੂੰ ਵੰਗਾਰਨ ਵਾਲੇ ਲੋਕ ਜਿਹੜੇ ਆ, ਆਖਰਕਾਰ ਉਹਨੂੰ ਕੋਈ ਰਸਤਾ ਕਿਹੜਾ ਬਚਦਾ? ਵੰਗਾਰਨ ਵਾਲੇ ਲੋਕ ਤਾਂ ਫਿਰ ਪੈਦਾ ਹੁੰਦੇ ਹਨ। ਜੇ ਜਿਨ੍ਹਾਂ ਤੇ ਹਕੂਮਤ ਕਰਨੀ ਹੈ, ਜਿਨ੍ਹਾਂ ਤੇ ਰਾਜ ਕਰਨਾ ਹੈ, ਉਹਨਾਂ ਨੂੰ 2 ਵਕਤ ਦੀ ਰੋਟੀ ਨਹੀਂ ਮਿਲੇਗੀ, ਔਰ ਸਾਰੇ ਜ਼ੁਲਮ ਜਿਹੜੇ ਆ ਬਰਦਾਸ਼ਤ ਕੀਤੇ ਜਾ ਸਕਦੇ ਆ, ਪਰ ਰੋਟੀ ਪਾਣੀ ਹਵਾ ਤੋਂ ਬਿਨਾਂ ਤਾਂ ਰਿਹਾ ਨਹੀਂ ਜਾ ਸਕਦਾ। ਕਿੰਨੀ ਕੁ ਦੇਰ ਤੱਕ ਕੋਈ ਬਰਦਾਸ਼ਤ ਕਰ ਸਕਦਾ? ਫਿਰ ਉਹਦੀ ਖਿਲਾਫਤ ਜਿਹੜੀ ਹੈ, ਉਹਦਾ ਜਿਹੜੀ ਇੱਕ ਸ਼ਿੱਦਤ ਹੈ, ਉਹ ਬਹੁਤ ਤਿੱਖੀ ਹੋ ਜਾਏਗੀ।
ਵੀ ਉਹ ਜਿਹੜੀ ਖਿਲਾਫਤ ਹੈ ਉਹਦੀ ਤੇਜ਼ ਹੋਈ ਸ਼ਿੱਦਤ ਜਿਹੜੀ ਹੈ ਉਹਨਾਂ ਦੀ ਮੌਤ ਦਾ ਕਾਰਨ ਬਣੇ। ਸੋ ਇਸ ਕਰਕੇ ਉਹਦਾ ਫਰਕ ਕੋਈ ਪਵੇ ਨਾ ਪਵੇ, ਜਿਹੜੇ ਡੈਮੋਕ੍ਰੈਟਿਕ ਮੁਲਕਾਂ ਦੇ ਵਿੱਚ ਜਿਹੜੀ ਇਸ ਤਰ੍ਹਾਂ ਦੀ ਜਿਹੜੀ ਸਿਚੁਏਸ਼ਨ ਬਣਾ ਕੇ ਰੱਖਣੀ ਵੀ ਲੋਕਾਂ ਨੂੰ ਇੰਨਾ ਕੁ ਦਿਓ ਕਿ ਉਹ ਜਿਉਣ ਜੋਗੇ ਰਹਿਣ, ਇੰਨਾ ਕੁ ਜ਼ਰੂਰ ਦਿਓ, ਪਰ ਉਹਨਾਂ ਨੂੰ ਗਿਆਨ ਦੇ ਲਾਗੇ ਨਾ ਆਉਣ ਦਿਓ, ਉਹਨਾਂ ਨੂੰ ਅਗਿਆਨੀ ਹੀ ਬਣਾ ਕੇ ਰੱਖੋ। ਸੂਟ ਕਰਦਾ ਡੈਮੋਕ੍ਰੇਸੀ ਦੇ ਵਿੱਚ ਇਸ ਤਰ੍ਹਾਂ ਦੀਆਂ ਸਰਕਾਰਾਂ ਨੂੰ, ਜਿੱਦਾਂ ਦੀ ਸਰਕਾਰ ਸਾਡੀ ਹੈ। ਪਰ ਜਿੱਥੇ ਜਿੱਥੇ ਤਾਨਾਸ਼ਾਹੀ ਹੈ, ਉਸ ਤਾਨਾਸ਼ਾਹੀ ਦੇ ਵਿੱਚ ਗਿਆਨ ਤਾਂ ਬਿਲਕੁਲ ਪਹਿਲਾਂ ਗਿਆਨ ਦੀਆਂ ਜੜ੍ਹਾਂ ਤਾਂ ਉਹ ਖਤਮ ਹੀ ਕਰ ਦਿੰਦੇ ਆ। ਪਰ ਜੇ ਉਹਨਾਂ ਦੀਆਂ ਜੀਵਨ ਦੀਆਂ ਜਿਹੜੀਆਂ ਲੋੜਾਂ ਨੇ, ਘੱਟੋ ਘੱਟ ਸਿਰਫ ਜਿਉਣਾ ਆ, ਹੋਰ ਕੁਝ ਨਹੀਂ, ਜਿਉਣ ਦੀਆਂ ਲੋੜਾਂ ਵੀ ਜੇ ਖਤਮ ਕਰ ਦਿੱਤੀਆਂ ਜਾਣ, ਜਿੱਦਾਂ ਹੁਣ ਖਬਰ ਹੈ ਵੀ ਹਰ ਤੀਜਾ ਵਿਅਕਤੀ ਜਿਹੜਾ ਅਫਗਾਨਿਸਤਾਨ ਦਾ ਉਹ ਭੁੱਖਮਰੀ ਦਾ ਸ਼ਿਕਾਰ ਹੈ। ਅੱਜ ਤੋਂ 5 ਦਿਨ ਤੱਕ ਪਹਿਲਾਂ ਦੀ ਖਬਰ ਸੀ ਕਿ ਜਿਹੜਾ ਅਨਾਜ ਦਾ ਭੰਡਾਰ ਹੈ ਉਹ ਅਫਗਾਨਿਸਤਾਨ ਕੋਲ 1 ਮਹੀਨੇ ਦਾ ਰਹਿ ਗਿਆ, ਹੁਣ ਇਹਦਾ ਮਤਲਬ 25 ਦਿਨ ਦਾ ਰਹਿ ਗਿਆ। ਜਦੋਂ ਸਾਰਾ ਕੁਝ ਖਤਮ ਹੋ ਜਾਏਗਾ, ਆਲੇ ਦੁਆਲੇ ਕੋਈ ਮਦਦ ਨਹੀਂ ਮਿਲੇਗੀ ਆਰਥਿਕ ਤੌਰ ਦੇ ਉੱਤੇ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਮਦਦ, ਯਾਨੀ ਨਾਕੇਬੰਦੀ ਹੋ ਜਾਏਗੀ, ਤਾਂ ਫਿਰ ਉਹ ਲੋਕ ਕੀ ਕਰਨਗੇ ਤੇ ਲੋਕਾਂ ਦੇ ਕੋਲ ਕੀ ਬਦਲ ਨੇ? ਲੋਕ ਛਟਪਟਾਉਣਗੇ, ਭੱਜਣਗੇ, ਮੁਲਕ ਛੱਡ ਕੇ ਭੱਜੇ ਰਹੇ, ਮੁਲਕ ਛੱਡ ਕੇ ਭੱਜਣ ਦੀ ਕੋਸ਼ਿਸ਼ ਕਰਨਗੇ, ਬਾਰਡਰਸ ਵੱਲ ਜਾਣਗੇ। ਉੱਥੇ ਨਹੀਂ, ਉੱਥੋਂ ਨਹੀਂ ਜਾਇਆ ਜਾਏਗਾ ਤਾਂ ਬਾਰਡਰਸ ਦੇ ਉੱਤੇ ਜਿਹੜੇ ਵੱਖ-ਵੱਖ ਮੁਲਕ ਆ ਉਹ ਆਪਣੇ ਬਾਰਡਰ ਸੀਲ ਕਰ ਰਹੇ ਨੇ, ਤੇ ਫਿਰ ਉਹ ਕੀ ਕਰਨਗੇ? ਤੇ ਗਲ ਪੈਣਗੇ ਨਾ ਕਿਸੇ ਦੇ, ਅਰਾਜਕਤਾ ਦਾ ਮਾਹੌਲ ਹੋਏਗਾ, ਖਾਨਾ ਜੰਗੀ ਦਾ ਮਾਹੌਲ ਹੋਏਗਾ, ਤੇ ਫਿਰ ਲਾਜ਼ਮੀ ਤੌਰ ਤੇ ਸਰਕਾਰ ਵਾਸਤੇ ਵੀ ਮੁਸ਼ਕਲ ਹੋਏਗੀ। ਸੋ ਸੌਖਾ ਇਸੇ ਕਰਕੇ ਮੈਂ ਕਹਿ ਰਿਹਾ ਕਿ ਤਾਲਿਬਾਨ ਦੇ ਸਾਹਮਣੇ ਕਈ ਵੱਡੇ ਮੋਰਚੇ ਨੇ, ਹਰ ਮੋਰਚੇ ਤੇ ਉਹਨੇ ਕਿਵੇਂ ਉਹਨੂੰ ਕੰਟਰੋਲ ਕਰਨਾ, ਕਿਵੇਂ ਟੈਕਲ ਕਰਨਾ, ਲੜਨਾ ਕਿਵੇਂ ਆ, ਬਚਣਾ ਕਿਵੇਂ ਆ, ਸੱਤਾ ਕਿਵੇਂ ਕਾਇਮ ਰੱਖਣੀ ਹੈ। ਇਸ ਕਰਕੇ ਬਾਕੀ ਮੁਲਕਾਂ ਨਾਲ ਉਹ ਬਹੁਤੀ ਦੇਰ ਤੱਕ ਇਸ ਤਰ੍ਹਾਂ ਦੇ ਵਿਹਾਰ ਨਾਲ ਨਹੀਂ ਚੱਲ ਸਕਦਾ ਕਿ ਠੀਕ ਹੈ ਮੈਂ ਕੀ ਲੈਣਾ ਕਿਸੇ ਮੁਲਕ ਤੋਂ, ਮੇਰੀ ਹਕੂਮਤ ਹੈ ਅਫਗਾਨਿਸਤਾਨ ਦੇ ਵਿੱਚ, ਇਸ ਕਰਕੇ ਮੈਂ ਆਪਣਾ ਜਿਹੜਾ ਆਪਣੇ ਮਜ਼ੇ ਲੈ ਸਕਦਾ। ਏਦਾਂ ਨਹੀਂ ਹੈ। ਕਿਸੇ ਵੀ ਮੁਲਕ ਨੂੰ, ਚਾਹੇ ਉੱਥੇ ਜਿਹੜਾ ਸਰਕਾਰ ਕਿਸੇ ਵੀ ਵਿਧੀ ਵਾਲੀ ਹੋਵੇ, ਚਾਹੇ ਉਹ ਡੈਮੋਕ੍ਰੇਟਿਕ ਹੋਵੇ ਜਾਂ ਤਾਨਾਸ਼ਾਹੀ ਵਾਲੀ ਹੋਵੇ, ਉਹਨੂੰ ਕਿਤੇ ਨਾ ਕਿਤੇ ਤਾਂ ਕੋਈ ਨਾ ਕੋਈ ਗੁਆਂਢੀਆਂ ਦੇ ਨਾਲ, ਆਪਣੇ ਬਾਕੀ ਮੁਲਕਾਂ ਦੇ ਨਾਲ ਕੋਈ ਰਾਬਤਾ ਰੱਖਣਾ ਪੈਂਦਾ। ਜੇ ਉਹਦੇ ਕੋਲ ਆਪਣੇ ਸੋਰਸ ਵੀ ਨਹੀਂ ਹੈ, ਜੇ ਉਹਦੇ ਕੋਲ ਸਰਵਾਈਵਲ ਦੇ ਆਪਣੇ ਮੁਲਕ ਦੇ ਵਿੱਚ ਉਹਦੇ ਕੋਲ ਸੋਰਸ ਨਹੀਂ ਆਉਂਦੀ ਜਿੰਨੀ ਜ਼ਰੂਰਤ ਹੈ ਉੱਥੋਂ ਦੇ ਲੋਕਾਂ ਵਾਸਤੇ, ਫਿਰ ਤਾਂ ਆਦਾਨ ਪ੍ਰਦਾਨ ਇੰਪੋਰਟੈਂਟ ਹੈ ਨਾ। ਇਸ ਕਰਕੇ ਵਿਦੇਸ਼ੀਆਂ ਦੇ ਨਾਲ ਜਾਂ ਬਾਕੀ ਮੁਲਕਾਂ ਦੇ ਨਾਲ ਸੰਬੰਧਾਂ ਦੇ ਮਾਮਲੇ ਵਿੱਚ ਉਹਨੂੰ ਬਾਰ-ਬਾਰ ਸੋਚਣਾ ਪਏਗਾ ਕਿ ਕਿਵੇਂ ਉਹ ਸੰਬੰਧ ਕਰੇ। ਬਿਲਕੁਲ ਦਸਾਂਝ ਸਾਹਿਬ। ਔਰ ਦੂਜੇ ਪਾਸੇ ਜਿੱਦਾਂ ਆਪਾਂ ਸਾਰੇ ਜਾਣੇ ਇਹ ਗੱਲ ਸਮਝਦੇ ਹਾਂ ਕਿ ਜਿੱਥੇ ਜਿੱਥੇ ਵੀ ਇਦਾਂ ਦੀਆਂ ਵਧੀਕੀਆਂ ਹੁੰਦੀਆਂ, ਖਾਸ ਕਰਕੇ ਡਿਕਟੇਟਰਸ਼ਿਪ, ਤੁਸੀਂ ਡੈਮੋਕ੍ਰੇਸੀ ਦਾ ਜ਼ਿਕਰ ਕੀਤਾ, ਕੈਨੇਡੀਅਨ ਡੈਮੋਕ੍ਰੇਸੀ ਦਾ ਜ਼ਿਕਰ ਕੀਤਾ ਕਿ ਲੋਕਾਂ ਨੂੰ ਜਿਉਣ ਜੋਗੇ ਛੱਡਿਆ ਜਾਂਦਾ ਆ, ਉਹ ਤੋਂ ਵੱਧ ਨਹੀਂ। ਤੇ ਜਿਸ ਤਰ੍ਹਾਂ ਦੀ ਡੈਮੋਕ੍ਰੇਸੀ ਭਾਰਤ ਵਿੱਚ ਵੀ ਆ, ਉੱਥੇ ਤੇ ਜਿਉਣ ਦੇ ਸਾਧਨ ਵੀ ਖੋਏ ਜਾ ਰਹੇ, ਜਿਹਦੇ ਕਰਕੇ ਏਡੇ ਏਡੇ ਵੱਡੇ ਅੰਦੋਲਨ ਹੋ ਰਹੇ ਆ। ਪਰ ਜਿਹੜੇ ਉੱਥੋਂ ਦੇ ਹਾਕਮ ਨੇ ਉਹ ਟਸ ਤੋਂ ਮਸ ਨਹੀਂ ਹੋ ਰਹੇ। ਕੀ ਉਹ ਆਪਣੇ ਬਲਬੂਤੇ ਤੇ ਇਦਾਂ ਕਰ ਰਿਹਾ, ਜਾਂ ਜਿਹੜੀ ਆ ਇੰਟਰਨੈਸ਼ਨਲ ਕਾਰਪੋਰੇਟ ਆ ਉਹ ਉਹਨਾਂ ਦੀ ਪਿੱਠ ਤੇ ਖੜਾ ਆ, ਉਹ ਚਾਹੁੰਦਾ ਆ ਕਿ ਇੱਥੇ ਇਸ ਤਰ੍ਹਾਂ ਹੀ ਚੱਲਦਾ ਰਹੇ, ਤੁਸੀਂ ਡਟੇ ਰਹੋ, ਕੁਛ ਨਹੀਂ ਹੋਣ ਲੱਗਾ? ਤੁਹਾਨੂੰ ਕੀ ਲੱਗਦਾ ਹੈ ਕਿ ਇਹ ਹੁਣ ਜਿਹੜਾ ਬੀਜੇਪੀ ਦਾ ਜਿਹੜੀ ਲੀਡਰਸ਼ਿਪ ਆ ਉਹ ਖੁਦ ਹੀ ਇੰਨੀ ਇਸ ਤਰ੍ਹਾਂ ਮਤਲਬ ਉਹ ਜਿਹੜਾ ਸੰਕਟ ਜਿਹੜਾ ਪੈਦਾ ਹੋਇਆ ਉਹਦੇ ਨਾਲ ਨਜਿੱਠਣ 'ਚ ਸਫਲ ਹੋ ਰਹੇ ਆ, ਜਾਂ ਉਹਨਾਂ ਦੇ ਪਿੱਛੇ ਕੋਈ ਐਸੀ ਤਾਕਤ ਹੈ ਜਿਹੜੀ ਉਹਨਾਂ ਨੂੰ ਪਿੱਛੇ ਨਾ ਹਟਣ ਲਈ ਮਜਬੂਰ ਕਰ ਰਹੀ ਆ? ਦੇਖੋ, ਜਿਹੜੀ ਇਸ ਵੇਲੇ ਸਰਕਾਰ ਹੈ ਭਾਰਤ ਦੀ, ਨਰਿੰਦਰ ਮੋਦੀ ਦੀ ਸਰਕਾਰ, ਤੇ ਸਰਕਾਰ ਦਾ ਤਾਂ ਨਾਂ ਆ, 2 ਵਿਅਕਤੀ ਨੇ ਜਿਹੜੇ ਇਸ ਸਰਕਾਰ ਨੂੰ ਚਲਾ ਰਹੇ ਨੇ, ਨਰਿੰਦਰ ਮੋਦੀ ਤੇ ਅਮਿਤ ਸ਼ਾਹ। ਅਮਿਤ ਸ਼ਾਹ ਤੇ ਨਰਿੰਦਰ ਮੋਦੀ ਜਿਸ ਢੰਗ ਨਾਲ ਚੱਲ ਰਹੇ ਨੇ, ਉਹ 2 ਬੇੜੀਆਂ ਦੇ ਵਿੱਚ ਸਵਾਰ ਨੇ। ਜੇ ਮੌਜੂਦਾ ਵਿਵਸਥਾ ਜਿਹੜੀ ਜਿਸ ਪਾਸੇ ਵੱਲ ਨੂੰ ਜਾ ਰਹੀ ਹੈ ਉਹਦੀ ਗੱਲ ਕਰਨੀ ਹੋਵੇ ਤਾਂ ਉਹ ਕਾਰਪੋਰੇਟ ਦੇ ਬਿਲਕੁਲ ਸ਼ਿਕੰਜੇ ਦੇ ਵਿੱਚ ਨੇ। ਜਿਵੇਂ ਕਾਰਪੋਰੇਟ ਕਹਿੰਦਾ ਉਵੇਂ ਉਹ ਕਰਦੇ ਨੇ, ਉਹਦੇ ਤੋਂ ਬਾਹਰ ਉਹ ਨਹੀਂ ਜਾ ਪਾ ਰਹੇ, ਕਿਉਂਕਿ ਉਹ ਇੱਕ ਕਿਸਮ ਦੇ ਸੰਦ ਦੇ ਤੌਰ ਤੇ, ਕਾਰਪੋਰੇਟ ਦੇ ਸੰਦ ਦੇ ਤੌਰ ਤੇ ਕੰਮ ਕਰ ਰਹੇ ਨੇ, ਟੂਲ ਦੇ ਤੌਰ ਤੇ ਕੰਮ ਕਰ ਰਹੇ ਨੇ। ਤੇ ਸ਼ਾਇਦ ਦੁਨੀਆ ਦੇ ਵਿੱਚ ਨਰਿੰਦਰ ਮੋਦੀ ਇੱਕ ਐਸੇ ਕਹਿ ਲਓ ਵੀ ਬਾਦਸ਼ਾਹ ਨੇ ਜਾਂ ਪ੍ਰਧਾਨ ਮੰਤਰੀ ਨੇ ਜਿਹੜੇ 2 ਬੇੜੀਆਂ ਤੇ ਸਵਾਰ ਨੇ। ਇੱਕ ਪਾਸੇ ਹਿੰਦੂਤਵ ਦੀ ਬੇੜੀ ਹੈ ਜਿਹਨੂੰ
ਜਿਹੜਾ ਕੰਟਰੋਲ ਜਿਹੜਾ ਹੈ ਉਹ ਆਰਐਸਐਸ ਦੇ ਹੱਥ ਹੈ ਤੇ ਆਰਐਸਐਸ ਕੰਟਰੋਲ ਕਰਦਾ ਨਰਿੰਦਰ ਮੋਦੀ ਨੂੰ। ਦੂਜੇ ਪਾਸੇ ਕਾਰਪੋਰੇਟ ਹੈ ਤੇ ਹਮੇਸ਼ਾ ਹੀ ਸਾਡੀ ਇੱਕ ਕਹਾਵਤ ਹੀ ਹੈ ਕਿ ਦੋ ਬੇੜੀਆਂ 'ਚ ਸਵਾਰ ਬੰਦਾ ਡੁੱਬਦਾ ਹੀ ਡੁੱਬਦਾ ਹੈ। ਨਰਿੰਦਰ ਮੋਦੀ ਕੋਈ ਬਹੁਤ ਸਿਆਣੇ ਪੋਲੀਟੀਸ਼ੀਅਨ ਨਹੀਂ ਹੈ, ਉਹ ਇੱਕ ਅਦਾਕਾਰ ਨੇ। ਉਹ ਅਦਾਕਾਰੀ ਕਰਦੇ ਨੇ, ਕਦੇ ਉਹ ਆਰਐਸਐਸ ਲਈ ਅਦਾਕਾਰੀ ਕਰਦੇ ਦਿਖਾਈ ਦਿੰਦੇ ਨੇ, ਕਦੇ ਉਹ ਕਾਰਪੋਰੇਟ ਲਈ ਅਦਾਕਾਰੀ ਕਰਦੇ ਦਿਖਾਈ ਦਿੰਦੇ ਨੇ। ਇਸ ਵੇਲੇ ਉਹ ਕਾਰਪੋਰੇਟ ਲਈ ਅਦਾਕਾਰੀ ਕਰਦੇ ਨੇ। ਜਿਹੜਾ ਆਰਐਸਐਸ ਹੈ ਉਹਨੇ ਕਿੰਨੀ ਕੁ ਦੇਰ ਤੱਕ ਇਹ ਸਾਰੀਆਂ ਚੀਜ਼ਾਂ ਨੂੰ ਦੇਖਣਾ ਹੈ, ਕਿੰਨੀ ਕੁ ਦੇਰ ਤੱਕ ਉਹਨਾਂ ਨੂੰ ਜ਼ਰੂਰਤ ਹੈ ਨਰਿੰਦਰ ਮੋਦੀ ਦੀ, ਇਹ ਤੈਅ ਕਰੇਗਾ। ਉਹਨਾਂ ਦਾ ਅਗਲਾ ਏਜੰਡਾ ਕੀ ਹੈ, ਕੀ ਉਹਨਾਂ ਦੇ ਉਸ ਏਜੰਡੇ ਨੂੰ ਜ਼ਿਆਦਾ ਤਰਜੀਹ ਦਿੰਦੇ ਨੇ ਨਰਿੰਦਰ ਮੋਦੀ ਜਾਂ ਕਾਰਪੋਰੇਟ ਨੂੰ ਜ਼ਿਆਦਾ ਤਰਜੀਹ ਦਿੰਦੇ ਨੇ। ਕਿਤੇ ਕਿਤੇ ਜਾ ਕੇ ਆਰਐਸਐਸ ਦਾ ਟਕਰਾਅ ਵੀ ਕਾਰਪੋਰੇਟ ਨਾਲ ਹੁੰਦਾ ਹੈ ਜਦੋਂ ਸਵਦੇਸ਼ੀ ਦਾ ਮਾਮਲਾ ਆਉਂਦਾ ਹੈ। ਤੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਹਦੇ ਲਈ ਬਿਹਤਰ ਅਦਾਕਾਰੀ ਕਦੋਂ ਕਰਨੀ ਹੈ ਇਹ ਉਹ ਜਾਣਦੇ ਨੇ ਨਰਿੰਦਰ ਮੋਦੀ। ਇਸ ਵੇਲੇ ਜਿਹੜੇ 3 ਖੇਤੀ ਕਾਨੂੰਨਾਂ ਦੇ ਖਿਲਾਫ ਲੜਾਈ ਹੈ, ਉਸ ਲੜਾਈ ਦੇ ਵਿੱਚ ਕਿਸਾਨਾਂ ਦੀ ਬਿਲਕੁਲ ਵੀ ਨਾ ਸੁਣਨਾ, ਉਹਦੇ 'ਚ ਲੱਗਦਾ ਹੈ ਕਿ ਭਾਰੂ ਉਹਨਾਂ ਤੇ ਇਸ ਵੇਲੇ ਕਾਰਪੋਰੇਟ ਹੈ ਤੇ ਉਹ ਅਡਾਨੀਆਂ ਤੇ ਅਬਾਨੀਆਂ ਦੇ ਮੁਤਾਬਕ ਜਿਹੜਾ ਉਹ ਕੰਮ ਕਰ ਰਹੇ ਨੇ। ਪਰ ਹਾਲ ਫਿਲਹਾਲ ਨਰਿੰਦਰ ਮੋਦੀ ਤੋਂ ਬੈਟਰ ਆਰਐਸਐਸ ਦੇ ਕੋਲ ਵੀ ਕੋਈ ਵਧੀਆ ਅਦਾਕਾਰ ਨਹੀਂ ਹੈ। ਉਹਦੀ ਭਾਲ ਦੇ ਵਿੱਚ ਹੈ ਆਰਐਸਐਸ। ਸੋ ਹਾਲ ਫਿਲਹਾਲ ਭਾਵੇਂ ਨਰਿੰਦਰ ਮੋਦੀ ਦੋਵਾਂ ਦੀ ਲੋੜ ਬਣੇ ਹੋਣਗੇ, ਪਰ ਉਹ ਪੋਲਿਟਿਕਸ ਦੇ ਵਿੱਚ ਇੱਕ ਪਿਓਰ ਪੋਲੀਟੀਸ਼ੀਅਨ ਦੇ ਤੌਰ ਦੇ ਉੱਤੇ ਜੇ ਦੇਖਣਾ ਹੋਵੇ ਤਾਂ ਉਹ ਨਹੀਂ ਹੈ। ਸਿਰਫ ਇੱਕ ਅਦਾਕਾਰੀ ਕਰਦੇ ਨੇ ਤੇ ਉਹ ਅਦਾਕਾਰੀ ਦੇ ਵਿੱਚ ਦੇਸ਼ ਜਿਹੜਾ ਆ ਉਹਨੂੰ ਲਗਭਗ ਵੇਚਣ ਤੇ ਲਾ ਦਿੱਤਾ ਗਿਆ। ਹਾਲ ਫਿਲਹਾਲ ਕਾਰਪੋਰੇਟ ਭਾਰੂ ਨੇ ਉਹਨਾਂ ਦੇ ਮੁਤਾਬਕ ਉਹ ਸਾਰਾ ਕੁਝ ਕਰ ਰਹੇ ਨੇ ਤੇ ਜਿਹਦਾ ਨਤੀਜਾ ਇਹ ਹੈ ਕਿ ਅਸੀਂ ਪਿਛਲੇ 10 ਮਹੀਨੇ ਤੋਂ ਲਗਾਤਾਰ ਦੇਖ ਰਹੇ ਹਾਂ ਕਿ ਪੰਜਾਬ ਤੋਂ ਲੈ ਕੇ ਯੂਪੀ ਤੱਕ ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਅੰਦੋਲਨ ਨੇ। ਤੇ ਵੱਡਾ ਅੰਦੋਲਨ ਜਿਹੜਾ ਉਹ ਐਗਰੀਕਲਚਰ ਜਾਂ ਫਾਰਮਰਸ ਦਾ ਜਾਂ ਕਿਸਾਨਾਂ ਦਾ, ਮਜ਼ਦੂਰਾਂ ਦਾ ਅੰਦੋਲਨ ਸਾਡੇ ਸਾਹਮਣੇ ਆ। ਤੇ ਜਿਸ ਤਰ੍ਹਾਂ ਦੀ ਅਦਾਕਾਰੀ ਕਰ ਰਹੇ ਨੇ ਨਰਿੰਦਰ ਮੋਦੀ, ਲੱਗਦਾ ਹੈ ਕਿ ਉਹ ਬਹੁਤ ਮਜ਼ਬੂਤ ਪ੍ਰਧਾਨ ਮੰਤਰੀ ਨੇ ਕਿ ਜੋ ਫੈਸਲੇ ਕਰ ਲੈਂਦੇ ਨੇ ਉਹਨਾਂ ਤੇ ਲਗਾਤਾਰ ਡਟੇ ਰਹਿੰਦੇ ਨੇ, ਉਹ ਤੋਂ ਪਿੱਛੇ ਨਹੀਂ ਹਟਦੇ। ਪਰ ਉਹ ਅਦਾਕਾਰੀ ਦਾ ਵੀ ਇੱਕ ਸਮਾਂ ਹੁੰਦਾ ਹੈ ਤੇ ਜਿਹੜਾ ਇੱਕ ਸਮਾਂ, ਜਿੱਦਾਂ ਸ਼ੇਕਸਪੀਅਰ ਕਹਿੰਦੇ ਆ ਕਿ ਇੱਕ ਅਸੀਂ ਬਹੁਤ ਵੱਡੀ ਇੱਕ ਸਟੇਜ ਹੈ ਦੁਨੀਆ ਤੇ, ਅਸੀਂ ਤਾਂ ਇੱਕ ਐਜ਼ ਐਨ ਐਕਟਰ ਆਉਂਦੇ ਆ। ਕੁਝ ਸਮਾਂ ਜਿਹੜੀ ਸਾਨੂੰ ਭੂਮਿਕਾ ਮਿਲਦੀ ਉਹ ਕਰਕੇ ਅਸੀਂ ਵਿਦਾ ਹੋ ਜਾਂਦੇ ਆ। ਸ਼ਾਇਦ ਉਹ ਇਹਨਾਂ ਨੇ ਇਹ ਭਰਮ ਪਾ ਲਿਆ ਕਿ ਉਹਨਾਂ ਨੂੰ ਪੱਕੀ ਭੂਮਿਕਾ ਮਿਲੀ ਹੋਈ ਹੈ। ਨਰਿੰਦਰ ਮੋਦੀ ਨੇ ਸ਼ਾਇਦ ਇਹ ਭਰਮ ਪਾ ਲਿਆ ਹੋਇਆ ਵੀ ਅਸੀਂ ਜਿਸ ਭੂਮਿਕਾ ਦੇ ਵਿੱਚ ਇਹਦੇ 'ਚ ਹੀ ਰਹਿਣਾ ਹੈ, ਇਸ ਭੂਮਿਕਾ ਤੋਂ ਬਾਹਰ ਆਉਣਾ ਹੀ ਨਹੀਂ। ਪਰ ਫਿਰ ਵੀ ਭੂਮਿਕਾ ਜਾਂ ਐਜ਼ ਏ ਐਕਟਰ ਇੱਕ ਸਮਾਂ ਹੁੰਦਾ, ਤੁਸੀਂ ਜਿੰਨੀ ਕਿ ਡਾਇਰੈਕਟਰ ਨੇ ਤੁਹਾਨੂੰ ਭੂਮਿਕਾ ਦਿੱਤੀ ਹੁੰਦੀ ਹੈ ਉਨੀ ਕੀ ਨਿਭਾਉਣੀ ਹੁੰਦੀ ਹੈ। ਉਹਦਾ ਸਮਾਂ ਸ਼ਾਇਦ ਖਤਮ ਹੋਣ ਵਾਲਾ, ਅੱਜ ਨਹੀਂ ਤਾਂ ਕੱਲ। ਸੋ ਇਸ ਅਦਾਕਾਰੀ ਤੋਂ ਛੇਤੀ ਛੁਟਕਾਰਾ ਮਿਲਣ ਵਾਲਾ ਭਾਰਤ ਨੂੰ, ਜਿਸ ਤਰ੍ਹਾਂ ਦੇ ਹਾਲਾਤ। ਦਸਾਂਝ ਸਾਹਿਬ, ਇੱਕ ਇਹ ਵੀ ਕਿਹਾ ਜਾਂਦਾ ਹੈ ਕਿ ਜਿੱਥੇ ਕਿਸੇ ਵੀ ਕੰਟਰੀ ਵਿੱਚ ਡੈਮੋਕ੍ਰੇਸੀ ਹੁੰਦੀ ਆ, ਚਾਹੇ ਉਹ ਕਿੰਨਾ ਵੀ ਡੈਮੋਕ੍ਰੇਸੀ ਦਾ ਵਿਗੜਿਆ ਰੂਪ ਹੋਵੇ, ਮਤਲਬ ਨਾ ਮਾਤਰ ਡੈਮੋਕ੍ਰੇਸੀ ਵੀ ਹੋਵੇ, ਪਰ ਉੱਥੇ ਕਿਉਂਕਿ ਡੈਮੋਕ੍ਰੇਸੀ ਦਾ ਲਬਾਦਾ ਪਹਿਨਿਆ ਹੁੰਦਾ ਆ ਤੇ ਉੱਥੇ ਜਿਹੜੇ ਅੰਦੋਲਨ ਨੇ ਉਹ ਇੰਨੇ ਕਾਰਗਰ ਜਾਂ ਇੰਨੇ ਤਿੱਖੇ ਨਹੀਂ ਹੁੰਦੇ ਕਿ ਉਹ ਜਿਹੜਾ ਕੋਈ ਬਦਲਾਅ ਵਾਲੀ ਸੰਭਾਵਨਾ ਬਣ ਸਕੇ ਉਹਨਾਂ 'ਚ। ਯਾਨੀ ਕਿ ਜਿੱਦਾਂ ਰਾਜ ਪਲਟੇ ਹੁੰਦੇ ਆ, ਹਮੇਸ਼ਾ ਉੱਥੇ ਹੁੰਦੇ ਜਿੱਥੇ ਡਿਕਟੇਟਰਸ਼ਿਪ ਹੁੰਦੀ ਆ, ਫੌਜੀ ਰਾਜ ਹੁੰਦੇ ਆ, ਜਾਂ ਕਿਤੇ ਇੱਕ ਕੋਈ ਕਿੰਗਡਮ ਹੁੰਦੀ ਆ, ਰਜਵਾੜਾਸ਼ਾਹੀ ਹੁੰਦੀ ਆ। ਡੈਮੋਕ੍ਰੇਸੀ ਦੇ ਇਤਿਹਾਸ ਦੇ ਵਿੱਚ ਕਦੀ ਇਸ ਤਰ੍ਹਾਂ ਦੇ ਰੈਵੋਲੂਸ਼ਨ ਨੇਪਰੇ ਨਹੀਂ ਚੜ੍ਹਦੇ, ਕਿਉਂਕਿ ਉਹਦਾ ਉੱਤੇ ਲਬਾਦਾ ਜਿਹੜਾ ਡੈਮੋਕ੍ਰੇਸੀ ਦਾ ਇਹ ਹੁੰਦਾ ਕਿ ਲੋਕਾਂ ਲਈ ਲੋਕਾਂ ਦੀ ਹਕੂਮਤ ਹੈ। ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਕੀ ਇੱਕ ਇਹ ਵੀ ਵਜ੍ਹਾ ਆ ਕਿ ਜਿਹੜੀ ਲੰਗੜੀ ਲੂਲੀ ਡੈਮੋਕ੍ਰੇਸੀ ਭਾਰਤ ਦੀ ਆ, ਉਹ ਡੈਮੋਕ੍ਰੇਸੀ ਦੀ ਵਜ੍ਹਾ ਕਰਕੇ ਦੁਨੀਆ ਨੂੰ ਐਡਾ ਵੱਡਾ ਅੰਦੋਲਨ ਜਿਹੜਾ ਆ, ਮੈਂ ਅੱਜ ਉੱਥੇ ਵੀ ਗੱਲ ਕਰ ਰਿਹਾ ਸੀ ਵਿਦਵਾਨਾਂ ਨਾਲ, ਕਿ ਐਡਾ ਵੱਡਾ ਅੰਦੋਲਨ ਹੋਵੇ ਜਿਹਨੇ ਇੱਕ ਪਾਸੇ ਸਾਰੀ ਦੁਨੀਆ ਦਾ ਧਿਆਨ ਖਿੱਚਿਆ ਹੋਵੇ ਪਰ ਦੁਨੀਆ ਚੁੱਪ ਹੋਵੇ, ਮਤਲਬ ਉਸ ਡੈਮੋਕ੍ਰੇਸੀ ਦੇ ਪਰਦੇ ਹੇਠ ਜੋ ਕੁਝ ਹੋ ਰਿਹਾ ਉਹਨੂੰ ਲੋਕ ਤੇ ਬਰਦਾਸ਼ਤ ਕਰਨਗੇ, ਮਾਰੀ ਦੇ ਕਰਨਗੇ ਉੱਥੋਂ ਦੇ ਲੋਕ ਤੇ ਭੁਗਤਣਗੇ ਉਹਦੇ ਸਿੱਟੇ। ਜਿਹੜੀ ਬਾਹਰੀ ਦੁਨੀਆ ਆ, ਜਿਹੜੀ ਡੈਮੋਕ੍ਰੇਸੀ ਦੇ ਨਾਂ ਦੇ ਉੱਤੇ ਜਗ੍ਹਾ ਜਗ੍ਹਾ ਜਾ ਕੇ ਤੇ ਆਪਣੇ ਝੰਡੇ ਗੱਡ ਦਿੰਦੇ ਨੇ ਜੀ ਇੱਥੇ ਡੈਮੋਕ੍ਰੇਸੀ ਨਹੀਂ ਆ, ਲੋਕਾਂ ਦੇ ਹਕੂਕ ਨਹੀਂ ਆ, ਤੇ ਉੱਥੇ ਤੇ ਆਪਣੀਆਂ ਫੌਜਾਂ ਵੀ ਭੇਜ ਦਿੰਦੇ ਨੇ ਬਹੁਤ ਕੁਝ। ਮੈਂ ਇਕੱਲੇ ਅਮਰੀਕਾ ਦੀ ਗੱਲ ਨਹੀਂ ਕਰ ਰਿਹਾ, ਪੂਰਾ ਨਾਟੋ, ਪੂਰਾ ਯੂਰਪ। ਤੇ ਇਹਦੇ ਉੱਤੇ ਬਹੁਤ ਸਾਰੇ ਵਿਦਵਾਨ ਤੇ ਬੋਲੇ ਨੇ, ਚਵਸਕੀ ਵਰਗੇ ਲੋਕ ਬੋਲੇ ਨੇ ਜਿਨ੍ਹਾਂ ਨੂੰ ਅਸੀਂ ਪੜ੍ਹਦੇ ਸੁਣਦੇ ਆਏ ਹਾਂ, ਪਰ ਜਿਨ੍ਹਾਂ ਦੇ ਬੋਲਣ ਦਾ ਕੋਈ ਅਰਥ ਦੁਨੀਆ ਸਮਝਦੀ ਆ, ਅਮਰੀਕਨ ਪ੍ਰੈਜ਼ੀਡੈਂਟ ਆ,
ਯੂਰਪ ਦੇ ਕੰਟਰੀ ਦੇ ਮੁਖੀ ਨੇ ਜਿਹੜੇ ਵੱਖ-ਵੱਖ ਨੇ, ਯੂਰਪੀ ਯੂਨੀਅਨ ਦੇ ਹੋਰ ਵਿਕਸਿਤ ਮੁਲਕਾਂ ਦੇ ਜਿਹੜੇ ਵੱਡੇ ਲੀਡਰ ਨੇ, ਉਹਨਾਂ ਨੇ ਕੋਈ ਕਮੈਂਟ ਇਸ ਅੰਦੋਲਨ ਤੇ ਸਿੱਧੇ ਤੌਰ ਤੇ ਮੈਨੂੰ ਨਜ਼ਰ ਨਹੀਂ ਆਉਂਦੇ ਕੀਤੇ ਜਿਹਨੂੰ ਵੇਖ ਕੇ ਦੁਨੀਆ ਜਾਣੇ ਕਿ ਭਾਰਤ ਵਿੱਚ ਜੋ ਹੋ ਰਿਹਾ ਉਹ ਕਿਤੇ ਗਲਤ ਹੋ ਰਿਹਾ ਤੇ ਕਿਸੇ ਇੱਕ ਧਿਰ ਨਾਲ ਵਧੀਕੀ ਹੋ ਰਹੀ ਆ। ਇਹਦੇ ਪਿੱਛੇ ਕੀ ਤੁਸੀਂ ਕਾਰਨ ਵੇਖਦੇ ਹੋ? ਕੁਝ ਪਾਰਲੀਮੈਂਟਰੀ ਨੇ ਜ਼ਰੂਰ ਕਮੈਂਟਸ ਕੀਤੇ ਨੇ, ਚਾਹੇ ਯੂਰਪ ਦੇ ਮੁਲਕ ਨੇ ਜਾਂ ਅਮਰੀਕਾ ਜਾਂ ਕੈਨੇਡਾ ਦੇ ਲੋਕਾਂ ਨੇ ਵੀ, ਕੁਝ ਜਿਹੜੇ ਮੈਂਬਰ ਪਾਰਲੀਮੈਂਟਸ ਨੇ, ਕੁਝ ਪਰ ਕਿਸੇ ਪ੍ਰੈਜ਼ੀਡੈਂਟ ਨੇ, ਪ੍ਰਾਈਮ ਮਿਨਿਸਟਰ ਨੇ ਡਾਇਰੈਕਟਲੀ ਜਿਹੜੀ ਇੱਦਾਂ ਦੀ ਕੋਈ ਗੱਲ ਨਹੀਂ ਕੀਤੀ। ਇਹੀ ਮੇਰਾ ਸਵਾਲ ਹੈ ਨਾ ਜੀ, ਇਹੀ ਸਵਾਲ ਹੈ ਮੇਰਾ ਵੀ ਉਹਨਾਂ ਦੀ ਚੁੱਪ ਨੂੰ ਕੀ ਮੰਨਿਆ ਜਾਵੇ, ਉਹਨਾਂ ਦੀ ਚੁੱਪ ਨੂੰ ਕੀ ਮੰਨਿਆ ਜਾਵੇ। ਉਹ ਸਤਾਮ ਹੁਸੈਨ ਨੂੰ ਤੇ ਢਾਉਣ ਤੁਰ ਪੈਂਦੇ ਆ ਕਿ ਉਹਨੇ ਆਪਣੇ ਲੋਕਾਂ ਦੇ ਜ਼ੁਲਮ ਕੀਤੇ ਆ, ਉਹਨਾਂ ਕੋਲ ਕੈਮੀਕਲ ਹਥਿਆਰ ਆ, ਉਹ ਹੋਰ ਮੁਲਕਾਂ 'ਚ ਵੀ ਜਾਂਦੇ ਆ, ਉਹਦੇ ਪਰਦੇ ਪਿੱਛੇ ਉਹਨਾਂ ਦੇ ਵੀ ਕਈ ਇੰਟਰਸਟ ਨੇ। ਪਰ ਭਾਰਤ ਜਿਹੜਾ ਡੈਮੋਕ੍ਰੇਸੀ ਦੇ ਨਾਂ ਤੇ ਇੰਨਾ ਵੱਡੇ ਧੱਕੇ ਕਰ ਰਿਹਾ, ਉੱਥੇ ਮਤਲਬ ਦੁਨੀਆ ਚੁੱਪ ਕਿਉਂ ਆ? ਪਹਿਲਾਂ ਆਪਾਂ ਵੇਖਿਆ ਇੱਕ ਘੱਟ ਗਿਣਤੀ ਭਾਈਚਾਰੇ ਨੂੰ ਪੂਰੀ ਤਰ੍ਹਾਂ ਦਬਾਇਆ ਗਿਆ, ਉਹਨਾਂ ਦੇ ਖਿਲਾਫ ਕਾਨੂੰਨ ਲਿਆਂਦੇ ਗਏ। ਉਸ ਤੋਂ ਬਾਅਦ ਹੌਲੀ ਹੌਲੀ ਮਤਲਬ ਜਿਹੜਾ ਕਿਸਾਨੀ ਵਾਲਾ ਮਸਲਾ ਸਾਡੇ ਸਾਹਮਣੇ ਆ ਗਿਆ, ਹੋਰ ਬਹੁਤ ਸਾਰੇ ਕਾਨੂੰਨ ਨੇ ਜਿਹੜੇ ਗੈਰ ਕਾਨੂੰਨੀ ਢੰਗ ਨਾਲ ਥੋਪੇ ਜਾ ਰਹੇ, ਯਾਨੀ ਕਿ ਉਹਦੀ ਪ੍ਰਕਿਰਿਆ ਵੀ ਨਹੀਂ ਪੂਰੀ ਕੀਤੀ ਜਾ ਰਹੀ। ਤੇ ਦੁਨੀਆ ਉਸ ਡੈਮੋਕ੍ਰੇਸੀ ਨੂੰ ਕੀ ਫਿਰ ਮੰਨ ਰਹੀ ਹੈ ਤੇ ਕਿਉਂ ਚੁੱਪ ਹੈ? ਦੇਖੋ, ਮੈਂ ਬਿਲਕੁਲ ਗੱਲ ਤੁਹਾਡੀ ਦੁਰਸਤ ਹੈ, ਸਵਾਲ ਵੀ ਬੜਾ ਵਾਜਬ ਹੈ। ਦਰਅਸਲ ਕਿਉਂਕਿ ਜਿਹੜਾ ਮੁਲਕਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਚਾਹੇ ਯੂਰਪ ਦੇ ਮੁਲਕ ਹੋਣ, ਅਮਰੀਕਾ ਹੋਵੇ, ਕੈਨੇਡਾ ਹੋਵੇ, ਉਹ ਵੀ ਤਾਂ ਇੱਕ ਡੈਮੋਕ੍ਰੇਟਿਕ ਸੈਟਅਪ ਦੇ ਵਿੱਚ ਹੀ ਜੀ ਰਹੇ ਨੇ। ਡੈਮੋਕ੍ਰੇਸੀ ਦਾ ਸਿਰਫ ਕਰੈਕਟਰ ਉੱਥੇ ਵੱਖਰਾ ਆ। ਵੱਖ-ਵੱਖ ਮੁਲਕਾਂ 'ਚ ਡੈਮੋਕ੍ਰੇਸੀ ਨੂੰ ਆਪਣੇ ਤਰੀਕੇ ਦੇ ਨਾਲ ਜਿਹੜਾ ਇੰਪੋਜ਼ ਕੀਤਾ ਜਾਂਦਾ ਹੈ। ਸਾਡੀ ਜਿਹੜੀ ਭਾਰਤੀ ਡੈਮੋਕ੍ਰੇਸੀ ਹੈ ਤੇ ਉਹ ਅਮਰੀਕੀ ਜਾਂ ਕੈਨੇਡੀਅਨ ਡੈਮੋਕ੍ਰੇਸੀ ਜਾਂ ਬਾਕੀ ਯੂਰਪ ਦੇ ਮੁਲਕਾਂ ਦੀ ਜਿਹੜੀ ਡੈਮੋਕ੍ਰੇਸੀ ਉਹਦੇ ਤੋਂ ਬਿਲਕੁਲ ਵੱਖਰੀ ਹੈ। ਅਸੀਂ ਕਿਸੇ ਹੋਰ ਤਰੀਕੇ ਦੇ ਨਾਲ ਡੈਮੋਕ੍ਰੇਸੀ ਦੀ ਵਿਆਖਿਆ ਕਰਦੇ ਹਾਂ। ਕਹਿਣ ਨੂੰ ਅਬਰਾਹਮ ਲਿੰਕਨ ਦੀ ਜਿਹੜੀ ਇੱਕ 3 ਸਤਰੀ ਲਾਈਨ ਹੈ, ਉਹ ਸਾਰੇ ਮੁਲਕ ਉਹੀ ਲੈ, ਮਤਲਬ ਕਾਗਜ਼ੀ ਪੱਤਰੀ ਜਾਂ ਕਹਿਣ ਨੂੰ ਬੋਲਣ ਦੇ ਵੀ ਗੱਲ ਕਹਿੰਦੇ ਆ ਲੋਕਾਂ ਦੀ ਲੋਕਾਂ ਵੱਲੋਂ, ਤੇ ਉਹਨੂੰ ਲਾਗੂ ਜਿਹੜਾ ਆਪਣੇ ਤਰੀਕੇ ਨਾਲ ਆਪਾਂ ਆਪਣੇ ਮੁਲਕ ਦੇ ਵਿੱਚ ਕੀਤਾ। ਸੋ ਇਹ ਨਹੀਂ ਹੈ ਕਿ ਭਾਰਤ ਦੇ ਵਿੱਚ ਹੋ ਰਿਹਾ, ਜਿਹੜੇ ਮੁਲਕਾਂ ਤੋਂ ਅਸੀਂ ਤਵੱਕੋ ਕਰ ਰਹੇ ਹਾਂ ਕਿ ਉਹ ਮੁਲਕ ਕਿਉਂ ਨਹੀਂ ਇਹਦੇ ਤੇ ਡਾਇਰੈਕਟਲੀ ਕੋਈ ਜਿਹੜਾ ਸੁਧਾਰ ਅਸੀਂ ਵੀ ਚਾਹੁੰਦੇ ਹਾਂ ਵੀ ਨਾ ਹੋਵੇ ਕਿਤੇ ਵੀ, ਨਾ ਹੀ ਅਸੀਂ ਉਹਦੇ ਹੱਕ ਦੇ ਵਿੱਚ ਹੈ। ਪਰ ਅਲਟੀਮੇਟਲੀ ਤਾਂ ਇਹ ਮੁਲਕ ਵੀ ਤਾਂ ਉਦਾਂ ਦੇ ਸਰਕਮਸਟੈਂਸ ਦੇ ਵਿੱਚੋਂ ਲੰਘਦੇ ਰਹੇ ਆ, ਇੱਕ ਵਾਰ ਨਹੀਂ ਕਈ ਵਾਰ। ਇਸੇ ਕਰਕੇ ਅਮਰੀਕਾ ਵਰਗੇ ਮੁਲਕ ਦੇ ਵਿੱਚ ਬਹੁਤ ਵਰਗੀਆਂ ਘਟਨਾਵਾਂ ਵਾਪਰ ਜਾਂਦੀਆਂ, ਜਿੱਥੇ ਵਾਲ ਦੇ ਉੱਤੇ ਐਡੇ ਵੱਡੇ ਪੱਧਰ ਦੇ ਉੱਤੇ ਜਿਹੜੇ ਮੁਜ਼ਾਹਰੇ ਹੁੰਦੇ ਆ। ਤੇ ਥੋੜੇ ਬਹੁਤ ਫਰਕ ਦੇ ਨਾਲ, ਮਤਲਬ ਜਿਸ ਤਰ੍ਹਾਂ ਦੀ ਡੈਮੋਕ੍ਰੇਸੀ ਨੂੰ ਜਿੱਦਾਂ ਤੁਸੀਂ ਲਾਗੂ ਕਰਦੇ ਹੋ, ਉਹਦੇ ਹੱਕ ਜਾਂ ਵਿਰੋਧ ਦੇ ਵਿੱਚ ਉੱਥੋਂ ਦਾ ਆਵਾਮ ਜਿਹੜਾ ਉਦਾਂ ਹੀ ਰਿਐਕਟ ਕਰਦਾ ਹੈ। ਸੋ ਇਹਨਾਂ ਮੁਲਕਾਂ ਦੇ ਵਿੱਚ ਕਿਹੜੇ ਕਦੀ ਜਿਹੜੇ ਵਿਰੋਧ ਨਹੀਂ ਹੋਏ, ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ ਵਿਰੋਧ ਪ੍ਰਦਰਸ਼ਨ ਹੋਏ ਆਪਣੀਆਂ ਸਰਕਾਰਾਂ ਦੇ ਖਿਲਾਫ। ਸੋ ਕਰੈਕਟਰ ਦੇ ਲੈਵਲ ਦੇ ਉੱਤੋਂ ਜਿਹੜਾ ਲਾਗੂ ਡੈਮੋਕ੍ਰੇਸੀ ਨੂੰ ਆਪਣੇ ਤਰੀਕੇ ਨਾਲ, ਉਹ ਵੱਖਰੀ ਗੱਲ ਹੈ। ਤੇ ਹੁੰਦੇ ਹੋਏ ਵਿਰੋਧਾਂ ਦੇ ਨਾਲ ਸਿੱਝਣਾ ਜਿਹੜਾ ਹੈ, ਉਹਦੇ 'ਚ ਵੀ ਥੋੜੇ ਬਹੁਤ ਫਰਕ ਦੇ ਨਾਲ ਹੀ ਅਸੀਂ ਦੇਖਦੇ ਹਾਂ ਕਿ ਕੋਈ ਬਹੁਤਾ ਫਰਕ ਨਹੀਂ ਹੈ ਇਹਨਾਂ ਮੁਲਕਾਂ ਦੇ ਵਿੱਚ। ਵਿਰੋਧ ਉਹਨਾਂ ਨੂੰ ਵੀ ਬਰਦਾਸ਼ਤ ਕਰਨੇ ਪੈਂਦੇ ਆ। ਸੋ ਖੁੱਲ ਕੇ ਜਿਨ੍ਹਾਂ ਦਾ ਆਪਣਾ ਕਰੈਕਟਰ, ਹਕੂਮਤ ਦਾ ਕਰੈਕਟਰ ਜਿਹੜਾ ਐਂਟੀ ਪੀਪਲ ਹੈਗਾ, ਜਿੱਦਾਂ ਆਪਾਂ ਜ਼ਿਕਰ ਕੀਤਾ, ਮਤਲਬ ਉਹ ਸਾਡੇ ਨਾਲੋਂ ਥੋੜੇ ਸਿਆਣੇ ਆ। ਜਿਨ੍ਹਾਂ ਮੁਲਕਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਸਾਡੇ ਮੁਲਕ ਦੇ ਜਿਹੜੇ ਸਿਆਸੀ ਲੀਡਰ ਹੈ ਜਾਂ ਸੱਤਾ ਜਿਹੜੇ ਬੈਠੇ ਲੋਕ, ਉਹਨਾਂ ਨੂੰ ਥੋੜੇ ਸਿਆਣੇ ਆ। ਸਾਡੇ ਮੁਲਕਾਂ 'ਚ ਜਿਹੜੀ ਜਮਹੂਰੀਅਤ ਹੈ, ਏਸ਼ੀਅਨ ਮੁਲਕ, ਉੱਥੇ ਸਾਡੇ ਹਾਕਮ ਜਿਹੜੇ ਆ ਉਹਨਾਂ ਵੀ ਨਹੀਂ ਦਿੰਦੇ ਵੀ ਬੰਦਾ ਸਬਰ ਕਰਕੇ ਬੈਠਾ ਰਹੇ। ਤੁਹਾਡੇ ਮੁਲਕਾਂ ਦੇ ਵਿੱਚ ਤੁਸੀਂ ਕੈਨੇਡੀਅਨ ਸਿਟੀਜ਼ਨ ਹੋ ਇਸ ਕਿਤੇ, ਤੁਹਾਡੇ ਮੁਲਕਾਂ ਦੇ ਵਿੱਚ ਇੰਨਾ ਕੁ ਦਿੰਦੇ ਆ ਵੀ ਇਹ ਬਸ ਮਸਤ ਰਹਿਣ, ਆਪਣਾ ਵੀਕਐਂਡ ਮਨਾ ਲੈਣ, ਵੀ ਜਿਹੜਾ 5 ਦਿਨ ਕਮਾਇਆ ਆਪਣਾ ਵੀਕਐਂਡ ਮਨਾਉਣ, ਐਸ਼ ਕਰਨ। ਇਹਨਾਂ ਕੋਲ ਇੰਨੀ ਸੁਵਿਧਾ ਜ਼ਰੂਰ ਹੋਵੇ ਵੀ ਆਪਣਾ ਛੋਟਾ ਜਿਹਾ ਘਰ ਲੈ ਸਕਣ ਕਿਸ਼ਤਾਂ ਦੇ ਉੱਤੇ, ਕਿਸ਼ਤ ਦੇਣ 'ਚ ਇਹਨਾਂ ਨੂੰ ਪ੍ਰੋਬਲਮ ਨਾ ਹੋਵੇ, ਜਾਂ ਆਪਣੀ ਕਾਰ ਲੈ ਸਕਣ। ਹਰ ਬੰਦਾ ਤੁਹਾਡੇ ਇੱਥੇ ਕਾਰ ਲੈ ਤੋਂ ਬਿਨਾਂ ਕੋਈ ਰਹਿੰਦਾ ਨਹੀਂ, ਉਹ ਕਾਰ ਲੈ ਸਕਣ, ਉਹਦੀ ਕਿਸ਼ਤ ਦੇ ਸਕਣ, ਆਪਣਾ ਖਾਣ ਪੀਣ ਕਰ ਸਕਣ, ਬੱਚਿਆਂ ਨੂੰ ਪੜ੍ਹਾਉਣ ਭੇਜ ਸਕਣ 18 ਸਾਲ ਤੱਕ। ਇੰਨਾ ਕੁ ਤਾਂ ਤੁਹਾਨੂੰ ਦਿੰਦੇ ਆ ਨਾ। ਇਹ ਸਿਆਣਪ ਹੈ, ਇਹ ਜ਼ਿਆਦਾ ਚਲਾਕੀ ਸਿਆਣਪ ਨਹੀਂ, ਇਹ ਚਲਾਕੀ ਹੈ। ਦੇਰ ਤੱਕ ਹਕੂਮਤ ਕਰਨ ਦੀ ਇੱਕ ਚਲਾਕੀ ਹੈ ਵੀ ਇੰਨਾ ਕਿ ਤੁਹਾਨੂੰ ਦੇ ਦਿਓ ਵੀ ਵੱਡਾ। ਸਾਡੇ ਇੰਨੀ ਕੁ ਵੀ ਅਕਲ ਨਹੀਂ ਹੈ ਜਾਂ ਇੰਨੀ ਕੁ ਵੀ ਕਹਿ ਲਓ ਵੀ ਚਲਾਕੀ ਨਹੀਂ ਹੈ। ਸਾਡੇ ਸਿਆਸਤਦਾਨ ਬਾਹਰੀ ਕਹਿ ਲਓ ਪੇਸ ਢੰਗ ਨਾਲ ਚੱਲਦੇ ਆ ਕਿ ਜਮਹੂਰੀਅਤ ਦਾ ਘਾਣ ਕਰਦੇ ਹੋਏ ਦਿਖਾਈ ਦਿੰਦੇ। ਇਸੇ ਕਰਕੇ 10-10 ਮਹੀਨੇ ਤੱਕ ਦਾ
ਲੰਮਾ ਅੰਦੋਲਨ ਵੀ ਸਾਡੇ ਜਿਹੜੇ ਹਾਕਮ ਹੈ ਉਹਨਾਂ ਨੂੰ ਬਰਦਾਸ਼ਤ ਕਰਨਾ ਪੈਂਦਾ। ਕਿਉਂ ਨਹੀਂ ਇਹ ਮੁਲਕ ਏਦਾਂ ਦੇ ਅੰਦੋਲਨ ਦੇ ਪ੍ਰਤੀ ਜਿਹੜੇ ਆ ਕੋਈ ਰਿਐਕਟ ਕਰਦੇ ਬਹੁਤਾ? ਉਹ ਕਾਰਨ ਇਹੀ ਹੈ ਕਿਉਂਕਿ ਕਰੈਕਟਰ ਦੇ ਪੱਖ ਤੋਂ ਉਹ ਵੀ ਕੋਈ ਬਹੁਤੇ ਵੱਖਰੇ ਨਹੀਂ, ਤਰੀਕਾ ਵੱਖਰਾ ਉਹਨਾਂ ਦਾ ਹਕੂਮਤ ਕਰਨ ਦਾ। ਪਰ ਫਿਰ ਵੀ ਦਸਾਂਝ ਸਾਹਿਬ, ਇੱਥੇ ਜਿਹੜੇ ਆਮ ਜਨ ਸਧਾਰਨ ਆ ਉਹਦੀਆਂ ਜਿਹੜੀਆਂ ਪ੍ਰੋਬਲਮਸ ਨੇ ਰੋਜ਼ਮਰਾ ਦੀਆਂ, ਉਹਨਾਂ ਨੂੰ ਕਿਤੇ ਨਾ ਕਿਤੇ ਐਡਰੈਸ ਕੀਤਾ ਜਾਂਦਾ। ਮੈਂ ਮੰਨਦਾ ਤੁਹਾਡੀ ਗੱਲ, ਕਿਉਂਕਿ ਅਸੀਂ ਸਰਮਾਏਦਾਰੀ ਨਿਜ਼ਾਮ 'ਚ ਰਹਿ ਰਹੇ ਉਹਦਾ ਹੀ ਹਿੱਸਾ ਆ। ਜਿਹੜੀ ਲੁੱਟ ਖਸੁੱਟ ਹੈ ਉਹ ਵੀ ਹੈ, ਸਭ ਕੁਝ ਹੈ, ਪਰ ਉਹਦੇ ਬਾਵਜੂਦ ਵੀ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਜਿਨ੍ਹਾਂ ਨੂੰ ਐਡਰੈਸ ਕੀਤਾ ਜਾਂਦਾ। ਸਾਡੇ ਕੈਨੇਡਾ ਵਿੱਚ ਵੀ ਪਿਛਲੇ ਕੁਝ ਸਮੇਂ ਤੋਂ ਲੋਕ ਮਹਿਸੂਸ ਕਰ ਰਹੇ ਆ ਕਿ ਜਿਹੜੀ ਘਰਾਂ ਦੀ ਅਫੋਰਡੇਬਿਲਟੀ ਆ ਉਹ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਆ। ਐਰਕੀ ਭਾਵੇਂ ਉਹ ਜਿਹੜੀ ਪਾਰਟੀ ਜਿਹੜੀ ਹਮੇਸ਼ਾ ਕੰਜ਼ਰਵੇਟਿਵ ਪਾਰਟੀ ਕੰਪੀਟੀਸ਼ਨ ਦੀ ਗੱਲ ਕਰਦੀ ਆ, ਵਪਾਰ ਦੇ ਇੰਡੀਪੈਂਡੈਂਟ ਦੀ ਗੱਲ ਕਰਦੀ ਆ, ਉਹਨੂੰ ਵੀ ਆਪਣੇ ਪ੍ਰੋਗਰਾਮ ਜਿਹੜੇ ਆ ਉਹ ਇਸ ਤਰ੍ਹਾਂ ਦੇਣੇ ਪੈ ਗਏ ਜਿਹੜੇ ਲੱਗਦੇ ਆ ਕਿ ਕਿਸੇ ਲੈਫਟ ਪਾਰਟੀ ਨੇ ਦਿੱਤੇ ਹੋਣ। ਲਿਬਰਲ ਨੇ ਤੇ ਦੇਣੇ ਹੀ ਦੇਣੇ ਸੀ, NDP ਪਾਰਟੀ ਜਿਹੜੀ ਆ ਉਹ ਤਾਂ ਹਮੇਸ਼ਾ ਹੀ ਉਹ ਕਹਿੰਦੀ ਆ। ਪਰ ਇਹਦੇ ਬਾਵਜੂਦ ਕਿਤੇ ਨਾ ਕਿਤੇ ਜਿਹੜੀਆਂ ਲੋਕਾਂ ਦੀਆਂ ਪ੍ਰੋਬਲਮ ਨੇ, ਹੈਲਥ ਦੀਆਂ, ਐਜੂਕੇਸ਼ਨ ਦੀਆਂ, ਘਰਾਂ ਦੇ ਆ, ਜਿਹੜੀਆਂ ਤੁਸੀਂ ਕਿਹਾ ਜ਼ਿੰਦਗੀ ਨਾਲ ਜੁੜੀਆਂ ਹੋਰ ਚੀਜ਼ਾਂ ਦੀਆਂ, ਉਹਨਾਂ ਨੂੰ ਐਡਰੈਸ ਕੀਤਾ ਜਾਂਦਾ ਹੈ। ਤੇ ਮੋਰ ਓਵਰ ਜਿਹੜਾ ਇਲੈਕਸ਼ਨ ਹੈ ਉਹਦੇ ਵਿੱਚ ਲੋਕ ਬੜੀ ਸੋਚ ਸਮਝ ਕੇ ਵੋਟ ਪਾਉਂਦੇ ਆ, ਡਿਬੇਟਸ ਨੂੰ ਵੇਖਦੇ ਆ, ਪਾਰਟੀ ਪ੍ਰੋਗਰਾਮ ਦੇਖਦੇ ਆ, ਪਲੇਟਫਾਰਮ ਉਹਨਾਂ ਦੇ ਦੇਖਦੇ ਆ, ਕੈਂਡੀਡੇਟ ਨੂੰ ਦੇਖਦੇ ਆ। ਸਾਡੀ ਕਮਿਊਨਿਟੀ 'ਚ ਛੱਡ ਕੇ ਥੋੜ੍ਹਾ ਬਹੁਤਾ ਸਾਡੇ ਚੱਲ ਜਾਂਦਾ ਹੈ ਕਿ ਦਸੂਹੇ ਤੋਂ ਆ ਤੇ ਮੇਰਾ ਵੀ ਪਿੰਡ ਲਾਗੇ ਲੱਗਦਾ, ਉਹਨਾਂ ਨੂੰ ਵੋਟ ਪਾਉਣੀ ਆ। ਪਰ ਕਿਤੇ ਨਾ ਕਿਤੇ ਜਿਹੜੀ ਇਹ ਡੈਮੋਕ੍ਰੇਸੀ ਆ, ਆਪਾਂ ਬੜਾ ਕਹਿੰਦੇ ਆ ਕਿ ਸਾਡੀ ਬੜੀ ਡੀਪ ਰੂਟਡ ਡੈਮੋਕ੍ਰੇਸੀ ਆ, ਇਹਨਾਂ ਮੁਲਕਾਂ ਦੀ ਡੈਮੋਕ੍ਰੇਸੀ ਨਾਲ ਕੰਪੇਅਰ ਕਰਨਾ, ਭਾਵੇਂ ਸਿਸਟਮ ਉਹੀ ਆ, ਆਪਾਂ ਸ਼ਬਦ ਚਲਾਕੀ ਵਰਤਦੇ ਆ, ਪਰ ਉਹਦੇ ਬਾਵਜੂਦ ਵੀ ਜਿਹੜੀ ਲੋਕ ਰਾਏ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਸੁਣੀ ਜਾਂਦੀ ਆ, ਚਾਹੇ ਅੰਸ਼ਕ ਮਾਤਰੀ ਹੋਵੇ। ਪਰ ਅਸੀਂ ਤੇ ਬਿਲਕੁਲ ਹੀ ਹੱਦਾਂ ਟੱਪ ਗਏ। ਦੇਖੋ ਗੱਲ ਇਹ ਵੀ ਤੁਹਾਡੇ ਮੁਲਕਾਂ ਦੇ ਵਿੱਚ ਨਾ ਜੀ, ਦੇਖੋ ਅਸੀਂ ਤਾਂ ਹੱਦਾਂ ਟੱਪਣੀਆਂ ਹੀ ਆ, ਸਾਡਾ ਤਾਂ ਸਿਸਟਮ ਹੀ ਇਸ ਕਿਸਮ ਦਾ, ਹੱਦਾਂ ਟੱਪਣੀਆਂ ਹੀ ਆ। ਹਰ ਆਉਣ ਵਾਲਾ ਹਾਕਮ ਜਿਹੜਾ ਇਸ ਵੇਲੇ ਹਾਕਮ ਹੈ ਉਹਦੇ ਨਾਲੋਂ ਜ਼ਿਆਦਾ ਬਦਤਰ ਹਾਲਾਤ ਪੈਦਾ ਕਰੇਗਾ, ਕਰਦੇ ਰਹੇ ਆ। ਇਸੇ ਕਰਕੇ ਸਾਡੇ ਲੋਕ ਕਹਿਣ ਲੱਗ ਪੈਂਦੇ ਆ ਵੀ ਜਿਹੜੀ ਸਰਕਾਰ ਚਲੀ ਗਈ ਹੁੰਦੀ ਆ ਉਹਨੂੰ ਯਾਦ ਕਰਨ ਲੱਗ ਪੈਂਦੇ ਆ ਵੀ ਇਹਦੇ ਨਾਲੋਂ ਤਾਂ ਉਹੀ ਚੰਗੇ ਸੀਗੇ। ਸਾਡੇ ਬਜ਼ੁਰਗ ਜਿਹੜੇ ਆਜ਼ਾਦੀ ਤੋਂ ਪਹਿਲਾਂ ਜਿਨ੍ਹਾਂ ਨੇ ਅੰਗਰੇਜ਼ਾਂ ਦੀ ਹਕੂਮਤ ਦੇਖੀ ਆ, ਉਦੋਂ ਭਾਵੇਂ ਛੋਟੀਆਂ ਉਮਰਾਂ 'ਚ ਸੀ, ਉਹ ਆਖਰੀ ਪੀੜ੍ਹੀ ਸਾਡੇ ਕੋਲ ਹੈ ਹਾਲੇ ਬਚੀ ਹੋਈ। ਉਹ ਇਸੇ ਕਰਕੇ ਕਹਿ ਦਿੰਦੇ ਆ ਵੀ ਇਹਦੇ ਨਾਲ ਤਾਂ ਅੰਗਰੇਜ਼ ਹੀ ਚੰਗੇ ਸੀ। ਹਰ ਆਉਣ ਵਾਲਾ ਜਿਹੜਾ ਹਾਕਮ ਹੈ ਉਹ ਪਿਛਲੇ ਹਾਕਮ ਨਾਲੋਂ ਜ਼ਿਆਦਾ ਜ਼ਾਲਮ ਹੁੰਦਾ ਹੈ, ਜ਼ਿਆਦਾ ਬਦਤਰ ਹਾਲਾਤ ਪੈਦਾ ਕਰਦਾ ਹੈ। ਚਾਹੇ ਉਹ ਸਟੇਟ ਗਵਰਨਮੈਂਟ ਹੈ ਕੋਈ, ਚਾਹੇ ਨੈਸ਼ਨਲ ਗਵਰਨਮੈਂਟ ਹੈ। ਤੁਸੀਂ ਦੇਖ ਸਕਦੇ ਹੋ ਜਿਹੜਾ ਤੁਹਾਡੇ ਮੁਲਕਾਂ ਦਾ ਮਾਮਲਾ ਤੁਸੀਂ ਮੇਰੇ ਨਾਲੋਂ ਜ਼ਿਆਦਾ ਬਿਹਤਰ ਜਾਣਦੇ ਹੋ। ਜਿਹੜਾ ਤੁਹਾਡਾ ਇੱਕ ਵੈਲਫੇਅਰ ਸਟੇਟ ਦਾ ਕਨਸੈਪਟ ਸੀ, ਉਹਦੇ ਪਿੱਛੇ ਵੀ ਇੱਕ ਬਹੁਤ ਵੱਡਾ ਕਾਰਨ ਰਿਹਾ ਹੈ। ਮਜਬੂਰੀ ਦੇ ਵਿੱਚ ਉਹ ਸਾਰਾ ਕਨਸੈਪਟ ਜਿਹੜਾ ਆ ਉਹਨੂੰ ਲਾਗੂ ਕਰਨਾ ਪਿਆ ਸੀ। ਯੂਰਪੀ ਮੁਲਕਾਂ ਨੇ ਵੀ ਕੀਤਾ, ਅਮਰੀਕਾ ਕੈਨੇਡਾ ਨੇ ਵੀ ਕੀਤਾ। ਇੱਕ ਸੋਵੀਅਤ ਯੂਨੀਅਨ ਦਿਖਾਈ ਦਿੰਦਾ ਸੀ, ਡਰ ਲੱਗਦਾ ਸੀ ਸੋਵੀਅਤ ਯੂਨੀਅਨ ਤੋਂ। ਸਿੱਧੇ ਤੌਰ ਤੇ ਸਮਾਜਵਾਦੀ ਮਾਡਲ ਤਾਂ ਉਹ ਲਿਆ ਨਹੀਂ ਸੀ ਸਕਦੇ, ਪਰ ਇੱਕ ਵੈਲਫੇਅਰ ਸਟੇਟ ਦਾ ਕਨਸੈਪਟ ਜਿਹੜਾ ਉਹ ਲਾਗੂ ਕੀਤਾ ਗਿਆ। ਜਿਹੜੀਆਂ ਸਹੂਲਤਾਂ ਸੀਗੀਆਂ ਉਹ ਜਦੋਂ ਖਤਮ ਹੋ ਗਿਆ, ਉਹ ਹੌਲੀ ਹੌਲੀ ਤੁਹਾਡੇ ਤੋਂ ਖੋਈਆਂ ਜਾ ਰਹੀਆਂ। ਤੇ ਜਿਹੜਾ ਫਿਰ ਹੁਣ ਇਲੈਕਸ਼ਨ ਦੇ ਨੇੜੇ ਜਾ ਕੇ ਲਗਭਗ ਉਸੇ ਤਰ੍ਹਾਂ ਦਾ ਪਾਪੂਲਰ ਜਿਹਾ ਕਿਸਮ ਦਾ ਜਿਹੜਾ ਇੱਕ ਇਲੈਕਸ਼ਨ ਏਜੰਡਾ ਲੈ ਕੇ ਫਿਰ ਹੁਣ ਤੁਹਾਡੇ ਸਾਹਮਣੇ ਪੇਸ਼ ਹੁੰਦੇ ਆ। ਇਸੇ ਕਰਕੇ ਕੰਜ਼ਰਵੇਟਿਵ ਲਿਬਰਲ ਦਿਖਾਈ ਦੇਣ ਲੱਗ ਪੈਂਦੇ ਆ। ਕੰਜ਼ਰਵੇਟਿਵ ਇਹ ਲੱਗਦਾ ਹੈ ਵੀ ਜਿੱਦਾਂ ਕਿਸੇ ਕਹਿ ਲਓ ਵੀ ਕਿਸੇ ਜਿੱਦਾਂ ਸਮਾਜਵਾਦੀ ਪਾਰਟੀ ਜਾਂ ਕਹਿ ਲਓ ਆਪਣੀ NDP ਮੁਕਾਬਲਤਨ ਜੇ NDP ਦੇਖਣੀ ਹੋਵੇ ਆਪਾਂ ਕੰਜ਼ਰਵੇਟਿਵ ਪਾਰਟੀ ਦੇ, ਵੀ ਇਹ ਲੱਗਦਾ ਜਿੱਦਾਂ NDP ਤੋਂ ਵੀ ਜ਼ਿਆਦਾ ਬਿਹਤਰ ਜਿਹੜਾ ਉਹ ਮਾਡਲ ਕੋਈ ਪੇਸ਼ ਕਰਨ ਲੱਗੇ ਆ ਕੰਜ਼ਰਵੇਟਿਵ ਪਾਰਟੀ। ਉਹ ਸਿਰਫ ਤੇ ਸਿਰਫ ਇਲੈਕਸ਼ਨ ਦੇ ਏਜੰਡੇ ਦੇ ਤੌਰ ਦੇ ਉੱਤੇ ਹੁੰਦਾ ਹੈ ਕਿ ਉਹ ਪਾਪੂਲਰ ਜਿਹੇ ਸਲੋਗਨ ਜਿਹੜੇ ਦੇ ਕੇ, ਜਿੱਦਾਂ ਦਾ ਸਾਡੇ ਮੁਲਕਾਂ ਦੇ ਵਿੱਚ ਵੀ ਹੈ, ਵੀ ਲੋਕਾਂ ਨੂੰ ਸ਼ਾਇਦ ਆਪਣੇ ਨਾਲ ਜੋੜਿਆ ਜਾ ਸਕਦਾ ਹੈ। ਇਸੇ ਕਰਕੇ ਪਹਿਲੇ ਸਰਵੇ ਦੇ ਵਿੱਚ ਸ਼ਾਇਦ ਕੰਜ਼ਰਵੇਟਿਵ ਤੁਹਾਡੇ ਅੱਗੇ ਦਿਖਾਏ ਗਏ ਨੇ, ਮੈਨੂੰ ਨਹੀਂ ਪਤਾ, ਤੁਹਾਨੂੰ ਜ਼ਿਆਦਾ ਪਤਾ। ਮੈਂ ਕਿਤੇ ਪੜ੍ਹਿਆ ਸੀ ਵੀ ਪਹਿਲਾ ਸਰਵੇ ਇਹ ਹੈ ਵੀ ਐਤਕਾਂ ਕੰਜ਼ਰਵੇਟਿਵ ਤੁਹਾਡੇ ਆ ਰਹੇ ਨੇ। ਅਗਲੇ ਸਰਵੇ ਕੀ ਆਉਂਦੇ ਕੀ ਨਹੀਂ ਆਉਂਦੇ, ਲੋਕ ਕਿੱਦਾਂ ਰਿਐਕਟ ਕਰਦੇ ਆ, ਉਹ ਤਾਂ ਬਿਹਤਰ ਤੁਸੀਂ ਜਾਣਦੇ। ਸੋ ਮੇਰਾ ਮੰਨਣਾ ਇਹ ਹੈ ਵੀ ਲੋਕਾਂ ਨੂੰ ਕੁਝ ਨਾ ਕੁਝ ਇਸ ਤਰ੍ਹਾਂ ਦੇ ਉਹਨਾਂ ਦੇ ਸਾਹਮਣੇ ਭਰਮ ਖੜੇ ਕਰੋ, ਭੁਲੇਖੇ ਖੜੇ ਕਰੋ, ਉਹਨਾਂ ਨੂੰ ਕੁਝ ਉਮੀਦਾਂ ਉਹਨਾਂ ਲਈ ਪੈਦਾ ਕਰੋ, ਉਹਨਾਂ ਨੂੰ ਕੁਝ ਲਾਲਚ ਦਿਓ। ਇਹ ਰਾਜਨੀਤੀ ਤਾਂ ਸਾਰੀ ਦੁਨੀਆ 'ਚ ਆ ਗਈ ਹੈ, ਪਰ
ਮੁਕਾਬਲਤਨ ਤੁਹਾਡੇ ਮੁਲਕਾਂ ਦੇ, ਭਾਰਤ ਵਰਗੇ ਮੁਲਕ ਦੇ ਵਿੱਚ ਜਦੋਂ ਇਹ ਸਾਰੀਆਂ ਚੀਜ਼ਾਂ ਅਸੀਂ ਦੇਖਦੇ ਹਾਂ ਤੇ ਫੇਸ ਕਰਦੇ ਹਾਂ, ਆਬਾਦੀ ਦਾ ਵੀ ਇੱਕ ਬਹੁਤ ਵੱਡਾ ਕਹ ਲਓ ਵੀ ਇੱਕ ਕਾਰਨ ਹੁੰਦਾ, ਸਾਡੀ ਪਾਪੂਲੇਸ਼ਨ ਹੀ ਇੰਨੀ ਜ਼ਿਆਦਾ ਹੈ। ਮਤਲਬ ਜਿੰਨੀ ਤੁਹਾਡੀ ਪਾਪੂਲੇਸ਼ਨ ਮੇਰੇ ਖਿਆਲ ਕੈਨੇਡਾ ਦੀ 3.5 ਪੌਣੇ 4 ਕਰੋੜ ਹੀ ਹੈ, ਅਮਰੀਕਾ ਦੀ 35-36 ਕਰੋੜ ਹੈ, ਤੇ ਅਸੀਂ ਅਮਰੀਕਾ ਤੋਂ 100 ਕਰੋੜ ਜ਼ਿਆਦਾ ਹੈ, ਉਦਾਂ ਹੀ 100 ਕਰੋੜ ਜ਼ਿਆਦਾ ਹੈ। ਸਾਡੀਆਂ ਸਮੱਸਿਆਵਾਂ ਜਿਹੜੀਆਂ ਥੋੜ੍ਹੀਆਂ ਵੱਖਰੀਆਂ ਵੀ ਹੈਗੀਆਂ, ਉਹਨੂੰ ਟੈਕਲ ਕਰਨਾ ਵੀ ਕਿਸੇ ਵੀ ਸਰਕਾਰ ਵਾਸਤੇ ਬਹੁਤ ਮੁਸ਼ਕਲ ਹੋਏਗਾ। ਤੇ ਬੜੀਆਂ ਕਹ ਲਓ ਵੀ ਹਾਲਤਾਂ ਇਸ ਕਿਸਮ ਦੇ ਮਤਲਬ ਟਾਈਮ, ਸਪੇਸ ਤੇ ਜਿਹੜੇ ਵਕਤ, ਇਹ ਸਾਰੀਆਂ ਚੀਜ਼ਾਂ ਕਾਊਂਟ ਕਰਦੀਆਂ ਵੀ ਕਿਸ ਤਰ੍ਹਾਂ ਦੇ ਬਿਹਾਰ ਦੇ ਵਿੱਚ ਲੋਕਾਂ ਦੇ ਨਾਲ ਜਿਹੜਾ ਸਰਕਾਰਾਂ ਨੇ ਚੱਲਣਾ ਹੁੰਦਾ ਹੈ। ਦਸਾਂਝ ਸਾਹਿਬ, ਬਿਲਕੁਲ ਠੀਕ ਤੁਸੀਂ ਕਹਿ ਰਹੇ ਹੋ ਕਿ ਵਾਕਈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਠੀਕ ਨੇ, ਪਰ ਅਸੀਂ ਤੇ ਪਿਛਲੇ 20 ਸਾਲਾਂ ਤੋਂ ਆਪਣੇ ਲੀਡਰਾਂ ਨੂੰ ਨਹੀਂ, ਬੜੇ ਵਿਗਿਆਨੀਆਂ ਨੂੰ, ਬੜੇ ਆਰਥਿਕ ਮਾਹਰਾਂ ਨੂੰ ਕੱਛਾਂ ਵਜਾਉਂਦੇ ਸੁਣਿਆ ਆ ਕਿ ਜਿਹੜਾ ਸਾਡੀ ਸਟਰੈਂਥ ਆ ਉਹ ਸਾਡੀ ਪਾਪੂਲੇਸ਼ਨ 'ਚ ਆ, ਤੇ ਪਾਪੂਲੇਸ਼ਨ ਜਿਹੜੀ ਆ ਜ਼ਿਆਦਾ ਹੋਣਾ ਸਾਡਾ ਪੋਜ਼ਿਟਿਵ ਫੈਕਟਰ ਹੋ ਗਿਆ। ਇਸ ਕਰਕੇ ਅਸੀਂ ਸੁਪਰ ਪਾਵਰ ਬਣ ਜਾਣਾ ਆ, ਕਿਉਂਕਿ ਸਾਡੇ ਕੋਲ ਯੂਥ ਸ਼ਕਤੀ ਜ਼ਿਆਦਾ ਆ, ਸਾਡੇ ਕੋਲ ਕੰਮ ਕਰਨ ਵਾਲੇ ਹੱਥ ਜ਼ਿਆਦਾ ਆ, ਸਾਡੇ ਕੋਲ ਬਹੁਤ ਕੁਝ ਆ, ਅਸੀਂ ਤੇ ਹੁਣ ਸੁਪਰ ਪਾਵਰ ਬਣੇ ਆ। ਪਿਛਲੇ ਅਸੀਂ 15-20 ਸਾਲਾਂ ਤੋਂ ਇਦਾਂ ਦੇ ਸੁਪਨੇ ਪਾਲ ਕੇ ਬੈਠੇ ਹੋਏ ਆ। ਤੇ ਦੂਜੇ ਪਾਸੇ ਜਦੋਂ ਆਪਾਂ ਦੇਖ ਰਹੇ ਹਾਂ, ਜਿਹੜੀ ਗੱਲ ਮੈਂ ਸ਼ੁਰੂਆਤੀ ਕੀਤੀ ਸੀਗੀ, ਅੱਜ ਅਸੀਂ ਕਿਤੇ ਹੋਰ ਵੀ ਡਿਸਕਸ ਕਰਦੇ ਸੀ ਕਿ ਜੇ ਲੋਕ ਸੜਕਾਂ ਤੇ ਹੀ ਬਹਿ ਗਏ ਆ ਕੇ, ਜਿਨ੍ਹਾਂ ਕੋਲ ਗਲ ਪਾਉਣ ਨੂੰ ਕੋਈ ਕੁੜਤਾ ਪਜਾਮਾ ਵੀ ਨਾ ਰਿਹਾ, ਪੈਰੀ ਪਾਉਣ ਨੂੰ ਚੱਪਲਾਂ ਵੀ ਨਾ ਰਹੀਆਂ, ਤੇ ਉਹਨਾਂ ਲੋਕਾਂ ਦੀ ਸ਼ਕਤੀ ਕਿੱਥੇ ਜਿਹੜੀ ਆ ਉਹ ਵਰਤੀ ਜਾਏਗੀ? ਉਹਨਾਂ ਲੋਕਾਂ ਦੀ ਸ਼ਕਤੀ ਜਿਹੜੀ ਆ ਉਹ ਨਾ ਤੇ ਬਾਜ਼ਾਰ 'ਚ ਕੰਮ ਹੋਏਗੀ, ਨਾ ਕਿਸੇ ਹੋਰ ਉਹਨਾਂ ਦੇ ਹੱਥ ਜਿਹੜੇ ਨੇ ਕਿਰਤੀ ਹੱਥ, ਉਹਨਾਂ ਲਈ ਕੋਈ ਕੰਮ ਹੋਏਗਾ। ਜੇ ਆਪਾਂ ਕੰਪੇਅਰ ਇਹਨਾਂ ਮੁਲਕਾਂ ਨਾਲ ਕਰੀ ਜਾਂਦੇ ਆ ਕਿ ਇਹਨਾਂ ਨੇ ਖੇਤੀ 'ਚੋਂ ਲੋਕਾਂ ਨੂੰ ਕੱਢ ਲਿਆ, ਖੇਤੀ 'ਚ 3% 4% ਲੋਕ ਰਹਿ ਗਏ, ਤੇ ਆਪਣੇ 'ਚ ਤੇ ਅਜੇ ਵੀ ਖੇਤੀ ਨਾਲ ਸਿੱਧੇ ਢੰਗ ਨਾਲ 65 ਤੋਂ 70% ਲੋਕ ਜੁੜੇ ਹੋਏ ਆ। ਜੇ ਉਹਨਾਂ ਨੂੰ ਖੇਤੀ 'ਚੋਂ ਕੱਢ ਲਿਆ ਤਾਂ ਉਹਨਾਂ ਨੂੰ ਖਪਾਉਣਾ ਕਿੱਥੇ ਆ? ਉਹਨਾਂ ਲਈ ਕੰਮ ਧੰਦੇ ਕਿੱਥੇ ਆ? ਸਾਡੇ ਕੋਲ ਹੈ ਕਿ ਜਿੱਥੇ ਉਹਨਾਂ ਨੂੰ ਲਾਉਣਾ ਆ? ਗੱਲ ਤਾਂ ਉਹੀ ਹੈ ਵੀ ਜਿਹੜੇ ਲੋਕ ਲੌਜਿਕ ਜਾਂ ਤਰਕ ਦਿੰਦੇ ਨੇ ਕਿ ਸਾਡੀ ਤਾਂ ਜਿਹੜੀ ਤਾਕਤ ਹੀ ਸਾਡੀ ਪਾਪੂਲੇਸ਼ਨ ਹੈ, ਆਬਾਦੀ ਹੈ, ਤੇ ਜੇ ਹੱਥ ਹੋਣਗੇ ਤਾਂ ਕਿਰਤ ਹੋਏਗੀ, ਕਿਰਤ ਨਹੀਂ ਹੋਇਆ ਦੁਨੀਆ ਦੀ ਉਸਾਰੀ ਦਾ ਸਭ ਤੋਂ ਜਿਹੜਾ ਪਹਿਲਾ ਜਿਹੜਾ ਸਾਧਨ ਹੈ, ਸਭ ਤੋਂ ਵੱਡੀ ਲੋੜ ਹੈ ਉਹ ਕਿਰਤ ਹੀ ਹੈ, ਤੇ ਕਿਰਤ ਹੀ ਇਸ ਦੁਨੀਆ ਨੂੰ ਉਸਾਰਦੀ ਹੈ। ਜਿਹੜੀ ਆਪਾਂ ਦੁਨੀਆ ਦੇਖ ਰਹੇ ਹਾਂ, ਇਹਦੀ ਉਸਾਰੀ ਦੇ ਵਿੱਚ ਕਿਰਤ ਹੀ ਬੰਦਾ ਉਹੀ ਹੈ। ਪਰ ਜੇ ਹੱਥ ਜਿਹੜੇ ਹੈਗੇ ਆ, ਜਿਹਨੇ ਹੱਥ ਹੋਣਗੇ ਪਰ ਹੱਥਾਂ ਦੇ ਵਿੱਚ ਰੁਜ਼ਗਾਰ ਵੀ ਹੋਏਗਾ, ਉਹ ਹੱਥ ਖਾਲੀ ਹੋਣਗੇ, ਕੱਲ ਪੇਟੀ ਕਿਸੇ ਨਾ ਕਿਸੇ ਜਦੋਂ ਹੱਥ ਜਿਹੜੇ ਆ ਹੱਥ ਦੀ ਤਰਫੋਂ ਜਾਣਗੇ ਨਾ, ਜੇ ਉਹ ਜਾ ਰਹੇ ਨੇ ਭਾਰਤ ਦੇ ਲੋਕਾਂ ਦੇ ਜਾਂਦੇ ਦਿਖਾਈ ਦੇ ਰਹੇ, ਦੋ ਗੱਲਾਂ ਹੁੰਦੀਆਂ ਨੇ। ਜਿਹੜੇ ਖਾਲੀ ਹੱਥ ਹੈ ਉਹਨਾਂ ਨੇ ਹਾਕਮ ਦੀ ਗਰਦਨ ਵੱਲ ਜਾਣਾ ਹੈ ਜਾਂ ਆਪਣਿਆਂ ਦੀ ਹੀ ਗਰਦਨ ਵੱਲ ਜਾਣਾ ਹੈ। ਇਹ ਕੋਈ ਇੱਦਾਂ ਦੀ ਗਰਦਨ, ਇੱਦਾਂ ਦਾ ਨਜ਼ਰੀਆ ਜਿਹੜਾ ਆ, ਜਿਹੜੇ ਲੋਕ ਨੇ ਕਰੋੜਾਂ ਦੀ ਤਾਦਾਦ ਦੇ ਵਿੱਚ ਜਿਹਨਾਂ ਦੇ ਕੋਈ ਕੰਮ ਨਹੀਂ ਹੈ, ਤੇ ਕੀ ਉਹਨਾਂ ਕੋਲ ਕੋਈ ਨਜ਼ਰ ਹੈ ਜਾਂ ਨਜ਼ਰੀਆ ਹੈ ਕਿ ਉਹ ਸਿੱਧੇ ਤੌਰ 'ਤੇ ਸਿੱਧਤ ਉਹਨਾਂ ਦੀ ਲੜਾਈ ਜਿਹੜੀ ਹੈ ਉਹ ਆਪਣੇ ਹਾਕਮਾਂ ਦੇ ਖਿਲਾਫ ਹੋਵੇ? ਜੇ ਹੈ ਤਾਂ ਫਿਰ ਇਸ ਤਰ੍ਹਾਂ ਦੇ ਅੰਦੋਲਨ ਨਿਕਲਦੇ ਨੇ ਜਿਸ ਤਰ੍ਹਾਂ ਦਾ ਅੰਦੋਲਨ ਸਾਡੇ ਸਾਹਮਣੇ ਉਸਰਿਆ ਪਿਆ ਤਾਂ ਇਹਦੇ ਕੋਲ ਨਜ਼ਰੀਆ ਵੀ ਹੈ, ਲੜਾਈ ਦੀ ਵਿਧੀ ਵੀ ਹੈ, ਸਾਬਤ ਹੋਇਆ ਜਦੋਂ ਮਿਲਦਾ। ਜੇ ਨਹੀਂ ਹੈ ਵਿਧੀ ਵਿਧਾਨ ਜਾਂ ਨਜ਼ਰੀਆ, ਤਾਂ ਫਿਰ ਉਹ ਜਿਹੜੇ ਆ ਖਾਲੀ ਹੱਥ ਜਿਹੜੇ ਆ ਉਹ ਆਪਣਿਆਂ ਦੇ ਗੱਲ ਨੂੰ ਪੈਂਦੇ ਹੁੰਦੇ ਆ, ਜਿਹਨੂੰ ਮੈਂ ਕਹਿੰਦਾ ਵੀ ਖਾਦਾ ਟਿੱਕੀ ਵਾਲੀ। ਇਹ ਡਰ ਹੈ ਭਾਰਤ ਦੇ ਵਿੱਚ, ਕਿਉਂਕਿ ਜਿਹੜੀਆਂ ਹਕੂਮਤਾਂ ਨੇ ਉਹਨਾਂ ਨੇ ਕੋਈ ਲੈਣਾ ਦੇਣਾ ਨਹੀਂ ਹੈ। ਮਤਲਬ ਜਿਸ ਤਰ੍ਹਾਂ ਦੇ ਮਰਜ਼ੀ ਹਾਲਾਤ ਬਣ, ਉਹ ਆਪਣੀ ਕੁਰਸੀ ਦੇ ਪਾਵੇ ਬਚਾ ਕੇ ਰੱਖਣਾ ਚਾਹੁੰਦੀਆਂ ਨੇ, ਕਿ ਉਹ ਬਚਾ ਕੇ ਰੱਖਣ ਦੀ ਕੋਸ਼ਿਸ਼ ਦੇ ਵਿੱਚ ਜੋ ਵੀ ਹੁੰਦਾ ਹੈ ਐਗਜ਼ੀਕਿਊਟਿਵ ਕਰਦੀਆਂ ਨੇ। ਤੇ ਪਰ ਸਮਾਂ ਦੱਸੇਗਾ ਵੀ ਕਿੰਨੀ ਕੁ ਦੇਰ ਤੱਕ ਸਰਕਾਰਾਂ ਜਿਹੜੀਆਂ ਦਾਅਵਾ ਇਹ ਕਰਦੀਆਂ ਕਿ ਲੋਕਾਂ ਦੀਆਂ ਸਰਕਾਰਾਂ ਲੋਕਾਂ ਦੇ ਚੁਣ ਕੇ ਭੇਜਿਆ ਸਾਨੂੰ, ਪਰ ਕਿੰਨੀ ਕੁ ਦੇਰ ਤੱਕ ਉਹ ਵਿਹਾਰ ਦੇ ਤੌਰ ਦੇ ਉੱਤੇ ਇੱਕ ਸੰਦ ਬਣ ਕੇ ਕੰਮ ਕਰਦੀਆਂ ਕਾਰਪੋਰੇਟਸ ਦਾ ਜਾਂ ਇੱਕ ਖਾਸ
किस्म की विचारधारा का, कि लोग ਇਹਦਾ फैसला करनगे, लोगों ने फैसला करना होंगे इस तरह के लोगों के विरुद्ध। अफगानिस्तान तो नहीं है ना भारत का अल्टीमेटली, तो इस करके भारत की जिस किस्म की मर्जी नहीं होगी वो जनतक फैसला तो लोगों के हाथ 'ਚ ही है। भावें लोग ਜਿਹੜੇ ਆ ਉਹਨਾਂ ਨੂੰ ਬਰਗਲਾਇਆ ਜਾਂਦਾ ਹੈ, ਉਹਨਾਂ ਦੀ ਸੋਚ ਜਿਹੜੀ ਹੈ ਉਹਨੂੰ ਬਦਲਣ ਦੀ ਜਿਹੜੀ ਆ ਬਹੁਤ ਵੱਡੇ ਪੱਧਰ ਦੇ ਉੱਤੇ ਨਵੀਆਂ ਟੈਕਨੀਕਸ ਜਿਹੜੀਆਂ ਹੈ ਉਹਦੇ ਰਾਹੀਂ ਕੋਸ਼ਿਸ਼ ਕੀਤੀ ਜਾਂਦੀ ਹੈ, ਬਦਲਿਆ ਵੀ ਜਾਂਦਾ ਹੈ ਤੇ ਵਿਧੀ ਵਿਧਾਨ ਵੀ ਜਾ ਕੇ ਨਵੀਂ ਪ੍ਰਕਿਰਿਆ ਵੀ ਜਾਂ ਜਿਹੜਾ ਸਾਡਾ ਓਵਰਆਲ ਅਮਲ ਹੈ, ਚੋਣ ਅਮਲ ਖਾਸ ਤੌਰ ਤੇ ਉਹ ਵੀ ਇਸ ਕਿਸਮ ਦਾ ਹੈ ਜਿਹੜਾ ਆ ਅਯੋਗ ਬੰਦਿਆਂ ਨੂੰ, ਨਲਾਇਕ ਬੰਦਿਆਂ ਨੂੰ ਜਾਂ ਲੋਕਾਂ ਦੇ ਦੁਸ਼ਮਣਾਂ ਨੂੰ ਵੀ ਸੱਤਾ ਤੇ ਬਿਠਾ ਦਿੰਦਾ ਹੈ। ਕਿਉਂਕਿ ਸਾਡੇ ਜਿਸ ਕਿਸਮ ਦਾ ਜੋ ਅਮਲ ਹੈ ਉਹਦੇ ਵਿੱਚ ਘੱਟ ਗਿਣਤੀ ਦੇ ਰਹਿਣ ਵਾਲੇ ਜਿਹੜੇ ਲੋਕ ਆ ਉਹ ਵੀ ਸੱਤਾ 'ਚ ਆ ਕੇ ਬਹਿ ਜਾਂਦੇ ਆ। 30% ਵੋਟਾਂ ਹਾਸਲ ਕਰਕੇ ਵੱਡਾ ਹਾਕਮ ਬਣ ਸਕਦਾ। ਸੋ ਚੀਜ਼ਾਂ ਬਦਲਣ ਵਾਲੀਆਂ ਨਹੀਂ ਹੋ ਸਕਦੀਆਂ। ਕਿੱਦਾਂ ਬਦਲੀਆਂ ਜਾਣਗੀਆਂ, ਕਦੋਂ ਬਦਲੀਆਂ ਜਾਣਗੀਆਂ, ਇਹਦੀ ਕੋਈ ਪੇਸ਼ੀਨਗੋਈ ਤਾਂ ਨਹੀਂ ਕੀਤੀ ਜਾ ਸਕਦੀ। ਫਿਰ ਵੀ ਮਾਹੌਲ ਜਿੱਦਾਂ ਦਾ ਹੈ, ਜਿੱਦਾਂ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ, ਉਮੀਦ ਜ਼ਰੂਰ ਵੱਜਦੀ ਹੈ ਕਿ ਅੱਜ ਵੀ ਆਪਾਂ ਕਿਸਾਨ ਮੂਵਮੈਂਟ ਦੀ ਗੱਲ ਕਰਨੀ, ਸਮਾਂ ਆਪਣਾ ਨਿਕਲਦਾ ਜਾਂਦਾ, ਪਰ ਜਿਹੜੇ ਆਪਾਂ ਵਿਚਾਰ ਡਿਸਕਸ ਕਰ ਰਹੇ ਹਾਂ ਦੋਨੋਂ ਜਣੇ ਮਿਲ ਕੇ, ਮੈਨੂੰ ਲੱਗਦਾ ਹੈ ਆਪਣੀ ਸਾਡੀਆਂ ਸਟੇਟਮੈਂਟ ਹੀ ਆਪਾਂ ਵਿਰੋਧੀ ਹੋ ਜਾਂਦੀਆਂ ਨੇ ਕਈ ਚੀਜ਼ਾਂ 'ਚ। ਇੱਕ ਪਾਸੇ ਅਸੀਂ ਕਹਿ ਰਹੇ ਹਾਂ ਕਿ ਭਾਰਤ ਆਖਰਕਾਰ ਅਫਗਾਨਿਸਤਾਨ ਤੇ ਨਹੀਂ ਆ, ਤਾਂ ਸ਼ਕਤੀ ਲੋਕਾਂ ਦੇ ਹੱਥ 'ਚ ਆ। ਦੂਜੇ ਪਾਸੇ ਅਸੀਂ ਕਹਿ ਰਹੇ ਹਾਂ ਕਿ ਲੋਕਾਂ ਦੀ ਜਿਹੜੀ ਸ਼ਕਤੀ ਆ ਉਹ ਐਸੀ ਨਹੀਂ ਆ, ਉਹਨਾਂ ਨਾਲ ਗਲਤ ਬੰਦੇ ਵੀ ਅੱਗੇ ਚੱਲ ਜਾਂਦੇ ਆ, ਚੋਣ ਦੀ ਪ੍ਰਕਿਰਿਆ ਠੀਕ ਨਹੀਂ ਆ, ਤੇ ਸ਼ਕਤੀ ਫਿਰ ਲੋਕਾਂ ਦੇ ਹੱਥ ਕਿੱਥੇ ਰਹਿ ਗਈ ਜੀ। ਉਹ ਤੇ ਹੁਣ ਹੌਲੀ ਹੌਲੀ ਅਫਗਾਨਿਸਤਾਨ ਬਣਨ ਵੱਲ ਹੀ ਵੱਧ ਰਿਹਾ। ਸਿਰਫ ਇਹ ਹੈ ਕਿ ਉਹਨਾਂ ਦੇ ਹੱਥ 'ਚ ਅਸਾਲਟਾਂ ਨਹੀਂ ਹੈ, ਉਹਨਾਂ ਕੋਲ ਹੋਰ ਮਾਰੂ ਹਥਿਆਰ ਨੇ, ਉਹਨਾਂ ਕੋਲ ਹੋਰ ਤਰੀਕਾਕਾਰ ਨੇ ਜਿਹਦੇ ਨਾਲ ਲੋਕਾਂ ਨੂੰ ਦਬਾ ਸਕਦੇ ਨੇ ਔਰ ਵਰਗਲਾ ਸਕਦੇ ਨੇ ਔਰ ਲੰਬਾ ਸਮਾਂ ਆਪਣੀ ਹਕੂਮਤ ਖਿੱਚ ਸਕਦੇ ਨੇ। ਔਰ ਉਹ ਤੇ ਇਹ ਦਾਅਵੇ ਕਰਦੇ ਨੇ ਕਿ ਸਾਨੂੰ ਕੋਈ ਲਾਉਣ ਵਾਲਾ ਜੰਮਿਆ ਹੀ ਨਹੀਂ, ਜਿੱਦਾਂ ਦੇ ਹਾਲਾਤ ਨੇ। ਤੇ ਅਫਗਾਨਿਸਤਾਨ ਬਣ 'ਚ ਬਹੁਤੀ ਦੇਰੀ ਨਹੀਂ ਹੈ। ਸ਼ਾਇਦ ਆਪਾਂ ਨੂੰ ਇਹ ਭਰਮ 'ਚ ਨਹੀਂ ਰਹਿਣਾ ਚਾਹੀਦਾ ਕਿ ਇੱਥੇ ਸ਼ਕਤੀ ਲੋਕਾਂ ਦੇ ਹੱਥ ਵਿੱਚ ਹੈ, ਜਦੋਂ ਚਾਹਣ ਉਹ ਬਦਲ ਦੇਣਗੇ। ਜੇ ਉਹਨਾਂ ਨੇ ਬਦਲਣ ਦੀਆਂ ਵਿਧੀਆਂ ਹੀ ਸਾਰੀਆਂ ਆਪਣੇ ਹੱਥ ਵਸ ਕਰ ਲਈਆਂ, ਸਾਰਾ ਕੁਝ ਹੀ ਜੋ ਬਣਿਆ ਢਾਂਚਾ ਸੀ ਉਹਨੂੰ ਹੀ ਤਬਾਹ ਕਰ ਦਿੱਤਾ, ਤੇ ਫਿਰ ਕੋਈ ਫਰਕ ਬਹੁਤਾ ਰਹਿਣਾ ਨਹੀਂ ਆ। ਠੀਕ ਹੈ, ਵੇਖਾਂਗੇ ਅੱਗੇ ਚੱਲ ਕੇ ਕਿੱਧਰ ਨੂੰ ਜਾਂਦੀ ਹੈ ਗੱਲ। ਨਹੀਂ, ਇਹ ਗੱਲਾਂ ਕੰਟਰਾਡਿਕਟਰੀ ਨਹੀਂ ਹੈਗੀਆਂ ਭਾਜੀ, ਅਜੀਤ ਸਾਹਿਬ, ਇਹ ਕੋਈ ਕੰਟਰਾਡਿਕਟਰੀ ਨਹੀਂ ਹੈ। ਹਾਲਾਤ ਇਹਨੂੰ ਮੁਲਕ ਥੋੜ੍ਹੀ ਹੋ ਸਕਦੇ ਹੈ। ਇਹ ਵੀ ਗੱਲ ਠੀਕ ਹੈ ਕਿ ਅਫਗਾਨਿਸਤਾਨ ਨਹੀਂ ਹੈ ਤੇ ਅਫਗਾਨਿਸਤਾਨ ਬਣਨਾ ਵੀ ਨਹੀਂ ਹੈ ਭਾਰਤ ਨੇ ਕਦੇ। ਜਿੰਨੀ ਮਰਜ਼ੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਫਗਾਨਿਸਤਾਨ ਤੋਂ ਇਸ ਮੁਲਕ ਜਿਸ ਤਰੀਕੇ ਨਾਲ ਚੱਲ ਰਿਹਾ ਸਨ, ਪਰ ਇਹ ਅਫਗਾਨਿਸਤਾਨ ਬਣਨਾ ਨਹੀਂ ਹੈ। ਕਿਉਂਕਿ ਸਾਡੀ ਫਿਤਰਤ ਦੇ ਵਿੱਚ, ਸਾਡੇ ਸੁਭਾਅ ਦੇ ਵਿੱਚ ਇਸ ਤਰ੍ਹਾਂ ਦਾ ਵਿਸ਼ਾਲ ਵੰਨਤਾ ਵਾਲਾ ਜਿਹੜਾ ਮੁਲਕ ਹੈ ਇਹ ਕਦੀ ਅਲਾਓ ਨਹੀਂ ਕਰਦਾ ਇੱਦਾਂ। ਇਸੇ ਕਰਕੇ ਜਿਹੜਾ ਤਿੱਖਾ ਐਡਾ ਤਿੱਖਾ ਵਿਰੋਧ ਅਸੀਂ ਦੇਖ ਰਹੇ ਹਾਂ, ਵੱਲੋਂ ਹੀ ਕਿਸੇ ਨੂੰ ਭੰਨ ਹੋ ਸਕਦਾ, ਕਿਸੇ ਨੂੰ ਭੁਲੇਖਾ ਹੋ ਸਕਦਾ ਹੈ ਵੀ ਅਸੀਂ ਸਦਾ ਹੀ ਇੱਥੇ ਰਹਿਣਾ ਹੈ। ਦੇਖਾ ਸੀਗਾ ਨਾ ਪੰਜਾਬ ਦੇ ਵਿੱਚ ਭੁਲੇਖਾ ਕਿਸੇ ਨੂੰ ਵੀ ਅਸੀਂ 25 ਸਾਲ ਪਿੱਛੇ ਜਾਂਦੇ, ਲੋਕਾਂ ਨੇ ਉਲਟਾ ਦਿੱਤਾ ਨਾ। ਉਹ ਤਾਂ ਆਪੋਜੀਸ਼ਨ ਦੀ ਸ਼੍ਰੋਮਣੀ ਅਕਾਲੀ ਦਲ ਨੂੰ ਤੀਜੀ ਥਾਂ ਤੇ ਜਾ ਕੇ ਧੱਕਾ ਲੋਕਾਂ ਨੇ। ਠੀਕ ਆ, ਸੀਮਤ ਸ਼ਕਤੀ ਹੈ, ਲੋਕਾਂ ਦੀ ਸ਼ਕਤੀ ਨੂੰ ਰਗੜਾ ਲਿਆ ਜਾਂਦਾ ਆ ਤੇ ਉਹਨੂੰ ਆਪਣੇ ਤਰੀਕੇ ਨਾਲ ਮੈਨੇਜ ਕਰ ਲਿਆ ਜਾਂਦਾ ਹੈ। ਇਹ ਸਾਡੇ ਨੁਕਸ ਹੈ, ਸਾਡੀ ਨੁਕਸਤਾ ਹੈਗੀ ਹੈ ਸਾਡੀ। ਪਰ ਫਿਰ ਵੀ ਉਹਦੇ ਬਾਵਜੂਦ ਵੀ ਲੋਕਾਂ ਨੇ ਦਿਖਾਇਆ ਨਾ, ਸਾਡੇ ਕੋਲ ਤਾਂ ਸਭ ਤੋਂ ਵੱਡੀ ਐਗਜ਼ਾਮਪਲ ਹੀ ਪੰਜਾਬ ਹੈ ਵੀ ਇੱਕ ਬਿਲਕੁਲ ਤਾਜ਼ੀ, ਬਿਲਕੁਲ ਜ਼ਮੀਨ ਚੋਂ ਕੋਈ ਨਿਕਲ ਕੇ ਆਈ ਤੇ ਉਹਨੂੰ ਸਰਕਾਰ ਬਣਾਉਣ ਤੱਕ ਵੀ ਗੱਲਾਂ ਹੋਣ ਲੱਗ ਪਈਆਂ ਸੀ ਹੁੰਦੀਆਂ। ਪਰ ਉਹ ਠੀਕ ਆ, ਉਹ ਵਿਰੋਧੀ ਧਿਰ ਬਣ ਕੇ ਉੱਭਰ ਆਈ ਆਮ ਆਦਮੀ ਪਾਰਟੀ, ਤੇ ਜਿਹੜੀ 10 ਸਾਲ ਹੁਕੂਮਤ ਰਹੀ ਲਗਾਤਾਰ ਦੀ, ਜਿਹਦਾ ਦਾਅਵਾ ਸੀ 25 ਸਾਲ ਰਹਿਣਾ, ਉਹਨੂੰ 15 ਸੀਟਾਂ ਵੀ ਨਹੀਂ ਮਿਲੀਆਂ। ਜੇ ਖਾਤੇ ਤੱਕ ਕਿਉਂ ਮਾਰੋ ਲੋਕਾਂ ਦੀ ਸ਼ਕਤੀ ਨੂੰ ਡਿਨਾਈ ਨਹੀਂ ਕੀਤਾ ਜਾ ਸਕਦਾ ਕਿ ਠੀਕ ਹੈ, ਉਹਨੂੰ ਉਸ ਸ਼ਕਤੀ ਨੂੰ ਆਪਣੇ ਢੰਗ ਨਾਲ ਮੈਨੇਜ ਕਰ ਲਿਆ ਜਾਂਦਾ। ਇਹ ਤਾਂ ਨੁਕਸ ਹੈ ਹੀ। ਪਰ ਅਫਗਾਨਿਸਤਾਨ ਬਣੇਗਾ ਕਦੇ ਭਾਰਤ ਦੀ ਪੋਸੀਬਿਲਿਟੀ ਨਹੀਂ ਹੈ, ਲੋਕ ਬਣ ਨਹੀਂ ਦੇਣਗੇ। ਮੇਰਾ ਮੰਨਣਾ ਇਹ ਹੈ ਵੀ ਜਿਸ ਤਰ੍ਹਾਂ ਦਾ ਸਾਡੇ ਮੁਲਕ ਦਾ ਕਰੈਕਟਰ ਹੈ, ਇਹਦੇ 'ਚ ਅਸੀਂ ਕੋਈ ਵੀ ਹਾਂ ਖਾਨਾ ਜੰਗੀ ਦੀ ਮੈਂ ਗੱਲ ਅਕਸਰ ਕਰਨਾ ਰਿਹਾ ਵੀ ਸਿਵਲ ਵਾਰ ਵਰਗੀਆਂ ਸਥਿਤੀਆਂ ਤਾਂ ਬਣ ਸਕਦੀਆਂ, ਬਹੁਤ ਕੁਝ ਹੋਰ ਹੋ ਸਕਦਾ ਹੈ। ਸੂਬਿਆਂ ਦੀਆਂ ਵੱਖਰੀ ਜਿਹੜੀ ਵਧੇਰੇ ਅਧਿਕਾਰਾਂ ਦੀ ਲੜਾਈ, ਵੱਖਰੇ ਮੁਲਕ ਲੈਣ ਦੀ ਲੜਾਈ 'ਚ ਤਬਦੀਲ ਹੁੰਦੀ ਰਹੀ ਆ ਹੁਣ ਤੱਕ ਵੀ। ਸਾਨੂੰ ਖਾਲਿਸਤਾਨ ਚਾਹੀਦਾ ਜੀ, ਸਾਨੂੰ ਬੋਡੋਲੈਂਡ ਚਾਹੀਦਾ ਜੀ, ਸਾਨੂੰ ਗੋਰਖਾਲੈਂਡ ਚਾਹੀਦਾ ਜੀ। ਪਰ ਓਵਰਆਲ ਸਾਡਾ ਮੁਲਕ ਜਿਹੜਾ ਆ ਉਹ ਕੋਈ ਬੰਸਕਾ ਬਣ ਜਾਏਗਾ। ਇਹ ਚੀਜ਼ ਜ਼ਰੂਰ ਇੱਦਾਂ ਦੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਅਸੀਂ ਡਿਕਟੇਟਰਸ਼ਿਪ ਲਾਈਏ, ਅਸੀਂ ਇਨਡਾਇਰੈਕਟਲੀ ਡਿਕਟੇਟਰਸ਼ਿਪ ਹੀ ਹੈ ਇਸ ਵੇਲੇ ਭਾਰਤ ਦੇ ਵਿੱਚ।
ਜੋ ਕਰਨਾ ਅਸੀਂ ਕਰਨਾ ਹੈ, ਕਿਸੇ ਦੀ ਸੁਣਨੀ ਨਹੀਂ ਹੈ। ਜਿਹੜਾ ਬੋਲਦਾ ਉਹਦੇ ਤੇ ਦੇਸ਼ ਧੋਣਾ ਕੇਸ ਹੈ, ਜਿਹੜਾ ਬੋਲਦਾ ਉਹਦੇ ਲਈ ਜੇਲ੍ਹ ਹੈ ਜਾਂ ਉਹਦੇ ਲਈ ਡਾਂਗ ਹੈ। ਇਹ ਲੋਕਤੰਤਰ ਹੈ, ਇਸ ਵੇਲੇ ਲੋਕਤੰਤਰ ਨਹੀਂ, ਭਾਰਤ ਲੋਕਤੰਤਰ ਹੈ। ਇਹ ਠੀਕ ਹੈ, ਪਰ ਇਹਦਾ ਮੁਕਾਬਲਾ ਵੀ ਲੋਕ ਹੈ। ਅੱਛਾ, ਬਰੀਫ ਥੋੜਾ ਜਿਹਾ ਜਵਾਬ ਦੇ ਦਿਓ, ਸਮਾਂ ਹੋ ਗਿਆ ਆਪਣਾ। ਇੱਕ ਤਾਂ ਜਿਹੜੀ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਸੀਗੀ 3 ਵਿਅਕਤੀਆਂ ਦੀ, ਉਹਦੇ ਇੱਕ ਵਿਅਕਤੀ ਸ਼ੇਤਕਾਰੀ ਸੰਗਠਨ ਦੇ, ਉਹਨਾਂ ਦਾ ਨਾਂ ਜੀ ਹੈ ਅਨਿਲ ਗਨਵਤ। ਉਹਨਾਂ ਦਾ ਪਹਿਲਾਂ ਇੱਕ ਚਿੱਠੀ ਲਿਖੀ ਸੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ, ਤੇ ਅੱਜ ਉਹਨਾਂ ਦਾ ਇੱਕ ਹੋਰ ਬਿਆਨ ਜਿਹੜਾ ਉਹ ਮੀਡੀਆ 'ਚ ਆਇਆ ਹੈ ਕਿ ਜਿਹੜੇ ਕਾਨੂੰਨ ਨੇ ਇਹਨਾਂ 'ਚ ਬਹੁਤ ਵੱਡੀਆਂ ਗਲਤੀਆਂ ਹੈਗੀਆਂ, ਸੁਪਰੀਮ ਕੋਰਟ ਛੇਤੀ ਕੋਈ ਐਕਸ਼ਨ ਲਵੇ ਕਿਸਾਨਾਂ ਦੇ ਅੰਦੋਲਨ ਨੂੰ ਖਤਮ ਕਰਨ ਲਈ। ਔਰ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਨਹੀਂ ਕਿ ਸਰਕਾਰ ਜੋ ਕੁਝ ਚੱਲ ਰਿਹਾ, ਜਿਸ ਤਰ੍ਹਾਂ ਕਰਨਾਲ 'ਚ ਹੋਇਆ, ਜਿੱਦਾਂ ਮੁਜ਼ੱਫਰਨਗਰ 'ਚ ਹੋਇਆ, ਉਹਦੇ ਤੋਂ ਡਰੀ ਤੇ ਪਈ? ਆਪਾਂ ਕਹਿ ਦਿੰਦੇ ਹਾਂ ਰੋਜ਼ ਹੀ, ਤੁਸੀਂ ਵੀ ਕਹਿੰਦੇ ਹੋ ਸ਼ਬਦ ਕਿ ਸਰਕਾਰ ਡਰੀ ਪਈ ਆ, ਪਰ ਉਹ ਦਿਖਣੀ ਨਹੀਂ ਚਾਹੁੰਦੀ ਡਰੀ ਹੋਈ। ਕਿਤੇ ਨਾ ਕਿਤੇ ਕੋਈ ਹੁਣ ਇਸ ਤਰ੍ਹਾਂ ਦਾ ਉਹ ਉਹਨਾਂ ਲੋਕਾਂ ਨੂੰ ਅੱਗੇ ਕਰਕੇ ਕੁਝ, ਇੱਕ 9 ਤਰੀਕ ਦੀ ਕਾਲ ਜਿਹੜਾ ਹੈਗਾ ਸੀ ਕਿਸਾਨ ਸੰਘ RSS ਦਾ, ਉਹਦੇ ਵੱਲੋਂ ਵੀ ਆਈ ਹੋਈ ਸੀ। ਵੈਸੇ 9 ਤੁਹਾਡੇ ਸ਼ੁਰੂ ਹੋ ਗਈ ਆ, ਉਹਨਾਂ 9 ਤਰੀਕ ਤੱਕ ਦਾ ਅਲਟੀਮੇਟਮ ਦਿੱਤਾ ਹੋਇਆ ਸੀਗਾ। ਤੇ ਇਹਨਾਂ ਹੀ ਦਿਨਾਂ ਦੇ ਵਿੱਚ ਟਾਈਮਿੰਗ ਜੇ ਵੇਖੀਏ ਤਾਂ ਇਹ ਸ਼ੇਤਕਾਰੀ ਸੰਗਠਨ ਵਾਲੇ ਨੇਤਾ ਜੀ ਜਿਹੜੇ ਨੇ, ਜਿਨ੍ਹਾਂ ਨੂੰ ਸੁਪਰੀਮ ਕੋਰਟ ਨੇ ਬਿਠਾਇਆ ਸੀਗਾ, ਉਹਨਾਂ ਦੇ ਹੇਠਾਂ ਉੱਤੇ ਹੀ 2 ਬਿਆਨ ਆ ਗਏ ਨੇ। ਕੱਲ ਉਹਨਾਂ ਚਿੱਠੀ ਲਿਖੀ ਸੀ ਤੇ ਅੱਜ ਇਹ ਬਿਆਨ ਆ ਗਿਆ ਕਿ ਜਿਹੜੇ ਕਾਨੂੰਨ ਨੇ ਵਾਕਈ ਡਿਫੈਕਟਿਵ ਨੇ, ਤੇ ਸੁਪਰੀਮ ਕੋਰਟ ਕੁਝ ਕਰੇ ਛੇਤੀ ਛੇਤੀ, ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦੇਵੇ। ਨਾਲ ਇਹ ਵੀ ਕਹਿ ਦਿੰਦੇ ਨੇ ਕਿ ਕਾਨੂੰਨ ਵਾਪਸ ਕਰਾਉਣ ਦੀ ਲੋੜ ਨਹੀਂ, ਪਰ ਇਹ 'ਚ ਖਾਮੀਆਂ ਬਹੁਤ ਨੇ। ਇਹ ਜਿਹੜੀ ਸਕੀਮ ਹੈ, ਕਿ ਇਹ ਸਰਕਾਰੀ ਧਿਰ ਵੱਲੋਂ ਇੱਕ ਨਵਾਂ ਜਾਲ ਹੈ ਜਾਂ ਕੁਝ ਹੋਰ ਗੱਲ ਤੁਹਾਨੂੰ ਨਜ਼ਰ ਆ ਰਹੀ ਹੈ? ਦੇਖੋ, ਇਹ ਜਿਹੜੀ ਗੱਲ ਤੁਸੀਂ ਆਖਰੀ ਵਾਰ ਕਿਹਾ ਵੀ ਇਹ ਸਰਕਾਰੀ ਧਿਰ ਵੱਲੋਂ ਨਵਾਂ ਜਾਲ ਇਸ ਤੋਂ ਜੁੜਾ ਹੈ ਵੀ ਹਾਂ ਵੀ ਠੀਕ ਹੈ। ਮੁੜ ਕੇ ਅਸਲ 'ਚ ਨਾ ਜੀ ਸਰਕਾਰ ਜਿੱਦਾਂ ਆਪਾਂ ਸ਼ੁਰੂ ਤੋਂ ਗੱਲ ਕਰਦੇ ਹਾਂ ਕਿ ਇਹ ਬਹੁਤ ਲੱਗਦਾ ਹੈ ਵੀ ਸਰਕਾਰ ਨੂੰ ਹੈ ਜੀ, ਪਰ ਅਸੀਂ ਮੰਨਦੇ ਹਾਂ ਵੀ ਸਰਕਾਰ ਨੂੰ ਬਹੁਤ ਪੌਸ਼ਟਿਕ ਹੈ, ਪਰ ਆਪਣਾ ਡਰ ਸਿੱਧੇ ਤੌਰ ਤੇ ਪ੍ਰਗਟ ਨਹੀਂ ਕਰਨਾ ਚਾਹੁੰਦੇ। ਫਿਰ ਇਹਨਾਂ ਬਹਾਨਿਆਂ ਰਾਹੀਂ ਇੱਕ ਵਾਰ ਫੇਰ ਤੋਂ ਡਾਇਲੈਗ ਹੋਣਾ, ਕਿਉਂਕਿ ਉਹਨੂੰ ਮੈਂ ਮੰਨਦਾ ਕਿ ਸਰਕਾਰ ਦੀ ਗੱਲਬਾਤ ਕੇਵਲ ਤੇ ਹੈ ਕਿ ਉਹਦੀ ਹੇਠੀ ਜ਼ਰੂਰ ਆ ਕਿਉਂਕਿ ਸਾਹਮਣੇ ਹੈ ਜੋ ਮੈਂ ਲੋਕਾਂ ਨਾਲ ਗੱਲ ਕਰਨੀ ਸਰਕਾਰ ਨੂੰ ਕਰਨੀ ਚਾਹੀਦੀ ਹੈ। ਉਹਦੀ ਹੇਠੀ ਨਹੀਂ ਹੈ, ਉਹਦੀ ਉਹਦਾ ਵਡੱਪਨ ਸਮਝਿਆ ਜਾਏਗਾ। ਮੈਂ ਸਮਾਂ ਘੱਟ ਹੈ, ਮਤਲਬ ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ, 5-6 ਦਿਨ ਜਿਹੜਾ ਹਾਈਵੇ ਜਾਮ ਰੱਖੀ ਜਲੰਧਰ ਦੇ ਵਿੱਚ ਗੰਦਾ ਕਾਸ਼ਤਕਾਰਾਂ ਨੇ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਦੇ ਵਿੱਚ ਕਿਸਾਨ ਝੰਡੇ ਤੇ, ਤੇ ਜੇ ਕੈਪਟਨ ਅਮਰਿੰਦਰ ਨੇ ਗੱਲਬਾਤ ਕੀਤੀ, 2 ਦਿਨ ਭਰਾ ਦੀ ਗੱਲਬਾਤ ਅਫਸਰਾਂ ਨਾਲ ਹੋਈ, ਮੰਤਰੀਆਂ ਨਾਲ ਹੋਈ, ਕਿਸਾਨ ਆਗੂਆਂ ਦੀ ਇਹ ਗੱਲ ਬੜੀ, ਕੈਪਟਨ ਅਮਰਿੰਦਰ ਨੇ ਕਾਲ ਕਰਦੇ 1 ਦਿਨ 'ਚ ਬੈਠ ਕੇ 2 ਘੰਟੇ ਦੀ ਗੱਲ ਤੇ ਫਿਰ ਗਈ। 400 ਦੀ ਥਾਂ ਤੇ 360 ਰੁਪਏ ਮੰਨਦਾ ਹੈ ਗੰਨੇ ਦੀ ਕੀਮਤ ਦੇਣ ਗਏ, ਤੇ 200 ਤੋਂ ਬਕਾਇਆ ਦੇਣ ਦੀ ਗੱਲ ਮੰਨ ਲਈ ਗਈ। ਤੇ ਇਹਦੇ ਨਾਲ ਕੈਪਟਨ ਅਮਰਿੰਦਰ ਦਾ ਨੁਕਸਾਨ ਤਾਂ ਨਹੀਂ ਹੋਇਆ, ਕਿਉਂਕਿ ਜਿਹੜੇ ਕਿਸਾਨ ਆਗੂ ਜਿਹੜੇ ਸੀ, ਜਿਨ੍ਹਾਂ ਬਾਰੇ ਕਿਹਾ ਜਾਂਦਾ ਸੀ ਵੀ ਪੋਲੀਟਿਕਸ ਨੂੰ ਲਾਗੇ ਵੀ ਲੱਗਣ ਦਿੰਦੇ, ਉਹ ਕੈਪਟਨ ਅਮਰਿੰਦਰ ਨੂੰ ਕਦੋਂ ਨਹੀਂ ਲੱਗਣ। ਇਹ ਸਰਕਾਰ ਨੂੰ ਪਤਾ ਨਹੀਂ ਲੱਗਣਾ ਜਾਂਦਾ, ਉਹਨਾਂ ਨੂੰ ਜਾਂ ਇਹਨਾਂ ਦੀ ਸਲਾਹਕਾਰਾਂ ਨੂੰ ਵੀ ਕਿਸਾਨਾਂ ਦੀ ਕੋਈ ਗੱਲ ਸੁਣਨੀ ਜਾਂ ਉਹਨਾਂ ਨਾਲ ਸੰਵਾਦ ਚਾਉਣਾ, ਇੱਕ ਹੇਠੀ ਵਾਲੀ ਗੱਲ ਸੁਣੋ। ਲੋਕ ਤੁਹਾਡੀ ਚਿੰਤਾ ਕਰਨਗੇ ਵੀ ਸਰਕਾਰ ਸੁਣ ਰਹੀ ਆ। ਹੁਣ ਸਾਡੀ ਦੁਨੀਆ ਜਿਹੜੀ ਆ ਉਹ ਕਹਿ ਰਹੀ ਹੈ ਵੀ 10 ਮਹੀਨੇ ਤੋਂ ਲੋਕ ਜੋ ਘਰਾਂ ਤੋਂ ਬਾਹਰ ਆ ਕੇ ਸੜਕਾਂ 'ਤੇ ਬੈਠੇ ਆ। ਇਸ ਤਰ੍ਹਾਂ ਦੀ ਡਿਫੈਂਸ ਸਰਕਾਰ ਤਾਂ ਅੱਜ ਤੱਕ ਨਹੀਂ ਆਈ ਹਿੰਦੁਸਤਾਨ ਦੇ ਵਿੱਚ। ਇਹੀ ਹੈ ਨਾ ਇਸ ਦੇ ਦਿਨ ਪਤਾ ਚਰਚਾ, ਆਮ ਚਰਚਾ, ਤੇ ਉਹਨਾਂ ਦੀ ਲੋਕਪ੍ਰਿਅਤਾ ਵੀ ਡਿੱਗ ਗਈ ਹੈ। ਇਹ ਜਿਹੜੀ ਸਰਕਾਰੀ ਛੇਤਕਾਰੀ ਜਿਹੜੇ ਸੰਗਠਨ ਹੈ, ਇਹ ਉਹਨਾਂ ਦੀ ਸੰਗਠਨ ਹੈ। ਇਹ ਹੈਡਿੰਗਸ ਹੋਰ ਤਰ੍ਹਾਂ ਦੇ ਲੱਗੇ ਹੋਏ ਅਖਬਾਰਾਂ ਦੇ ਵਿੱਚ ਵੀ ਖਾਮੀਆਂ ਬਹੁਤ ਹੈ ਜੀ, ਹੈ ਨਾ। ਇਹ ਲੱਗਦਾ ਵੀ ਪਤਾ ਨਹੀਂ ਸਾਨੂੰ ਦੇ ਗੱਲ ਕਰ ਰਹੇ ਆ, ਪਰ ਬਿਲਕੁਲ ਬੋਡੀ ਦੇ ਵਿੱਚ ਜਾਓ ਇਸ ਖਬਰ ਦੇ ਅੰਦਰ ਪਤਾ ਲੱਗੇਗਾ। ਉਹ ਕਹਿ ਰਿਹਾ ਵੀ ਜਿਹੜੇ ਖੇਤੀ ਕਾਨੂੰਨ ਬਿਲਕੁਲ ਜਾਇਜ਼ ਨੇ, ਬਿਲਕੁਲ ਜਾਇਜ਼ ਨੇ। ਇਹ ਤਾਂ ਕਿਸੇ ਵੀ ਕੀਮਤ ਤੇ ਨਹੀਂ ਰੋਕੇ ਜਾ ਸਕਦੀ, ਇਹ ਲਾਗੂ ਹੋਣੇ ਚਾਹੀਦੇ ਆ। ਹਾਂ, ਕੁਝ ਖਾਮੀਆਂ ਹੈਗੀਆਂ ਇਸ ਸਰਕਾਰ ਦੀ। ਸਰਕਾਰ ਇਹ ਕਹਿੰਦੀ ਹੈ ਵੀ ਤੁਸੀਂ ਕੱਲੀ ਮਾਤ ਤੇ ਆ ਕੇ ਚਰਚਾ ਕਰ ਲਓ, ਵੀ ਪਰ 11 ਮੀਟਿੰਗਾਂ ਤੇ ਮੰਨ ਕੇ ਗਈ ਸਾਰਾ ਕੁਝ। ਸਰਕਾਰ ਦੁਬਾਰਾ ਜਾਂ ਕਹਿ ਲਓ ਇਹਨਾਂ ਦਾ ਮਜ਼ਦੂਰ ਸੰਘ ਜਿਹੜਾ ਕਿਸਾਨ ਸੰਗਠਨ ਜਿਹੜਾ ਆ, ਉਹ ਕਹਿ ਰਿਹਾ ਜੀ ਅਸੀਂ ਗੁਜ਼ਾਰੇ ਕਰਦੇ ਹਾਂ। ਕਿੰਨੇ ਗੁਜ਼ਾਰੇ ਨਹੀਂ, ਥੋੜ੍ਹੇ ਬਹੁਤ ਰਸਮੀ ਤੌਰ ਤੇ ਹੋਏਗਾ। ਉਹ ਸਰਕਾਰ ਨੇ ਇੱਕ ਪਲੇਟਫਾਰਮ ਬਣਾ ਰਿਹਾ ਸ਼ਾਇਦ, ਜਿਹੜੀ ਗੱਲ ਤੁਸੀਂ ਮੈਂ ਸਹਿਮਤ।
ਤਾਕਤ ਉਹਨਾਂ ਕੋਲ ਹੈ ਜੀ, ਆਰਐਸਐਸ ਦਾ ਸਾਰਾ ਕਾਡਰ ਉਹਨਾਂ ਦੀ ਤਾਕਤ ਹੀ ਹੈ, ਜੇ ਉਹ ਕਰਨਾ ਚਾਹਣਗੇ ਤੇ ਕੁਝ ਵੀ ਦਿਖਾ ਸਕਦੇ ਆ। ਪਰ ਹੁਣ ਮੇਰੇ ਕੋਲ ਸਮਾਂ ਨਹੀਂ ਹੈ, ਮੈਂ ਦੋ ਚਾਰ ਗੱਲਾਂ ਫਿਰ ਮਿਸ ਕਰ ਗਿਆ। ਇੱਕ ਤੇ ਕਰਨਾਲ ਵਾਲੀ ਘਟਨਾ ਨੇ ਖੱਟਰ ਦੀਆਂ ਵਧੀਕੀਆਂ ਦੇ ਵਿਰੁੱਧ ਉਹਦੇ 79 ਧੂੰਆਂ ਲਿਆਂਦਾ ਪਿਆ ਆ, ਔਰ ਉੱਥੇ ਕਿਸਾਨ ਜਥੇਬੰਦੀਆਂ ਨਾਲ ਲਗਾਤਾਰ ਗੱਲਬਾਤ ਉਹਨਾਂ ਦੀ ਫੇਲ ਹੋ ਰਹੀ ਆ, ਔਰ ਗੱਲਬਾਤ ਕਰ ਰਹੀ ਆ ਇੱਕ ਪਾਸੇ ਭਾਰਤ ਦੀਆਂ 500 ਜਥੇਬੰਦੀਆਂ ਦੇ ਪ੍ਰਮੁੱਖ ਲੀਡਰ ਨੇ ਉਹ, ਤੇ ਦੂਜੇ ਪਾਸੇ ਉਹਨਾਂ ਨਾਲ ਗੱਲ ਕਰ ਰਹੇ ਡਿਸਟ੍ਰਿਕਟ ਪੱਧਰ ਦੇ ਲੀਡਰ। ਜਿਵੇਂ ਮੰਤਰੀ ਕਰਦੇ ਹੁੰਦੇ ਸੀ ਨਾ, ਅੱਧੇ ਘੰਟੇ ਬਾਅਦ ਪੁੱਛਣ ਜਾਂਦੇ ਸੀ ਅਮਿਤ ਸ਼ਾਹ ਨੂੰ ਤੇ ਉਹਨਾਂ ਨੂੰ ਵੀ ਅੱਗੇ ਕੀ ਕਰੀਏ, ਹੁਣ ਸਾਡੇ ਕੋਲ ਜਵਾਬ ਨਹੀਂ ਹੈਗਾ। ਉਦੋਂ ਵੀ ਭੈੜੀ ਸਥਿਤੀ ਹਰਿਆਣੇ ਵਾਲਿਆਂ ਨੇ ਬਣਾ ਕੇ ਰੱਖੀ ਹੋਈ ਆ ਕਿ ਡੀਸੀ ਪੱਧਰ ਦਾ ਇੱਕ ਵਿਅਕਤੀ ਜਿਹਦੇ ਹੱਥ 'ਚ ਕੋਈ ਤਾਕਤ ਹੀ ਨਹੀਂ ਹੈ ਕਿ ਉਹ ਕਿਸਾਨਾਂ ਦੇ ਮਸਲੇ ਹੱਲ ਕਰ ਲਵੇ, ਉਸ ਵਿਅਕਤੀ ਦੇ ਨਾਲ ਜਿਹੜੀ ਵੱਡੀ ਲੀਡਰਸ਼ਿਪ ਆ ਉਹਨੂੰ ਉਲਝਾ ਕੇ ਰੱਖਿਆ ਹੋਇਆ ਕਿ ਕਿਸੇ ਪਾਸੇ ਨਾ ਲੱਗ ਸਕਣ। ਅੱਜ 4-4 ਘੰਟੇ ਮੀਟਿੰਗ ਕਰਦੇ ਆ ਤਾਂ ਮਗਰੋਂ ਸਿੱਟਾ ਜ਼ੀਰੋ ਨਿਕਲਦਾ ਹੈ। ਤੇ ਦੂਜੇ ਪਾਸੇ ਕਿਸਾਨ ਇੱਕ ਨਵਾਂ ਮੋਰਚੇ 'ਚ ਫਸ ਗਏ, ਇੱਕ ਹੋਰ ਨਵਾਂ ਮੋਰਚਾ ਖੁੱਲ ਗਿਆ। ਤੇ ਦੂਜੀ ਗੱਲ ਤੀਜੀ ਜਿਹੜੀ ਮੈਂ ਤੁਹਾਡੇ ਨਾਲ ਅੱਜ ਕਰਨੀ ਸੀ ਰਹਿ ਗਈ, ਉਹ ਕੈਪਟਨ ਸਾਹਿਬ ਡਰਾਮੇਬਾਜ਼ੀ ਕਰ ਰਿਹਾ। ਜਿਹੜੇ ਸਪੋਰਟਸਮੈਨ ਆਏ ਨੇ ਕੁਝ ਮੈਡਲ ਲੈ ਕੇ, ਉਹਨਾਂ ਨੂੰ ਹੱਥੀਂ ਖਾਣਾ ਬਣਾ ਕੇ ਖਵਾਉਣ ਦਾ ਜੋ ਕਰਨ ਵਾਲੇ ਕੰਮ ਆ, ਉਹਨਾਂ ਲਈ ਸਟੇਡੀਅਮ ਬਣਾਉਣੇ, ਉਹਨਾਂ ਨੂੰ ਇਨਾਮ ਦੇਣੇ ਵੱਡੇ, ਉਹ ਤੇ ਕੁਝ ਹੋਰ ਕਰ ਰਹੇ ਨੇ ਮੁੱਖ ਮੰਤਰੀ। ਤੇ ਇਹਨਾਂ ਦੇ ਹੱਥੀਂ ਪਕਾਏ ਲੰਗਰ ਨਾਲ ਉਹਨਾਂ ਨੂੰ ਕਿੰਨੇ ਕੁ ਦਿਨ ਲੰਘ ਜਾਣੇ ਆ, ਜਾਂ ਉਹਨਾਂ ਦੀ ਕਿੰਨੀ ਕੁ ਇੱਜ਼ਤ ਵੱਧ ਜਾਣੀ ਹੈ, ਸਮਝ ਨਹੀਂ ਆਉਂਦੀ। ਇਹ ਡਰਾਮੇਬਾਜ਼ੀਆਂ ਤੋਂ ਬਾਹਰ ਕਿਉਂ ਨਹੀਂ ਆਉਂਦੀ ਪੰਜਾਬ ਦੀ ਲੀਡਰਸ਼ਿਪ? ਦੇਖੋ, ਜਿਹੜੀ ਕਿਸਾਨ ਅੰਦੋਲਨ ਵਾਲੀ ਗੱਲ ਹੈ ਉਹਦੇ 'ਚ ਇਹ ਹੈ ਵੀ ਕੀ ਗੱਲ ਜਾ ਕੇ ਰੱਖਿਆ, ਕੋਈ ਸਵਾਲ ਵੀ ਪੈਦਾ ਹੁੰਦਾ ਵੀ ਇੱਕ ਟੌਪ ਦੀ ਲੀਡਰਸ਼ਿਪ ਜਿਹੜੀ ਦੇਸ਼ ਦੇ ਅੰਦੋਲਨ ਖੜਾ ਜਿਹਨੇ ਕੀਤਾ, ਉਹਨਾਂ ਨੂੰ ਡੀਸੀ ਦੇ ਨਾਲ ਜਾਂ ਕਮਿਸ਼ਨਰ ਦੇ ਲੈਵਲ ਤੱਕ ਜਿਹੜੇ ਅਫਸਰ ਉਹਨਾਂ ਨਾਲ ਡਾਇਲੋਗ ਕਰਨਾ ਹੈ। ਤੇ ਉਹ ਜਿਹੜੇ ਲੋਕ ਆ ਉਹ ਅੱਧੇ ਤੇ ਘੰਟੇ ਬਾਅਦ ਫੋਨ ਕਰਦੇ ਆ, ਚੰਡੀਗੜ੍ਹ ਤੋਂ ਨੇਤਾ ਲੈਂਦੇ ਆ ਕੀ ਕਈ ਮੁਸ਼ਕਿਲ ਆ ਕਿ ਜਦੋਂ ਕੋਈ ਪਾਬੰਦ ਨਹੀਂ ਹੈ। ਮਸਲਾ ਇਹ ਹੈ ਕਿ ਕਿਸਾਨ ਦੇ ਵਿੱਚ ਜਿਹੜਾ ਬਹੁਤ ਕੀਤੀ ਗਈ ਹੈ, ਇਹ ਗੱਲਬਾਤ ਨਹੀਂ ਕਰਦੇ ਜੀ, ਇਹ ਗੱਲਬਾਤ ਨਹੀਂ ਕਰਦੇ, ਸਰਕਾਰ ਗੱਲਬਾਤ ਕਰਨ ਨੂੰ ਤਿਆਰ ਹੈ। ਤੇ ਪੰਜ ਜਥੇਬੰਦੀਆਂ ਦੇ ਆਗੂ ਨੇ ਕਿਹਾ ਵੀ ਅਸੀਂ ਹਰ ਵਕਤ ਗੱਲ ਕਰਾਂਗੇ, ਸਾਨੂੰ ਪਤਾ ਹੈ ਇਸ ਗੱਲਬਾਤ ਤੋਂ ਕੁਝ ਨਹੀਂ ਨਿਕਲਣਾ, ਤਾਂ ਨਾ ਹੀ ਨਿਕਲਿਆ। ਤਿੰਨ ਦੌਰ ਦੀ ਪਰਸੋਂ ਗੱਲ ਹੋਈ ਆ, ਦੋ ਦੌਰ ਦੀ ਕੱਲ੍ਹ ਗੱਲ ਹੋਈ ਆ, ਉਹਦੇ ਬਾਵਜੂਦ ਜਿਹੜਾ ਉਹਦੇ ਪਰ ਕਿਸਾਨ ਲੀਡਰਸ਼ਿਪ ਇਹ ਪ੍ਰਭਾਵ ਵੀ ਜਿਹੜਾ ਚਾਹੁੰਦੀ ਵੀ ਹਾਂ ਵੀ ਅਸੀਂ ਜਿਹੜੇ ਵੀ ਅਸੀਂ ਗੱਲ ਨਹੀਂ ਕਰਨੀ, ਜਦੋਂ ਬੁਲਾਏ ਦੌੜ ਕੇ ਜਾਵਾਂਗੇ। ਹੁਣ ਜਿਹੜੀ ਕੌਮੀ ਲੀਡਰਸ਼ਿਪ ਆ ਉਹ ਆਪਣੇ ਬਾਕੀ ਕੰਮਾਂ 'ਚ ਲੱਗ ਜਾਏਗੀ ਅੱਜ ਤੋਂ। ਤੇ ਜਿਹੜੀ ਸਥਾਨਕ ਲੀਡਰਸ਼ਿਪ ਹੈ ਜਾਂ ਇੱਕ ਦਾ ਜਿਹੜਾ ਆ ਸਾਨੂੰ ਵੱਡਾ ਉੱਥੇ ਰਹਿਣਗੇ, ਮੁਕੇਸ਼ ਟਕੈਤ ਵਗੈਰਾ ਜਾਂ ਜਿਹੜੇ ਆਤਮ ਵਗੈਰਾ ਹੈ, ਉਹ ਜਿਹੜਾ ਸਮੂਹ ਤੌਰ 'ਤੇ ਦਿੱਲੀ ਦੇ ਬਾਰਡਰਸ 'ਤੇ ਅੰਦੋਲਨ ਹੈ ਜਾਂ ਥਾਵਾਂ 'ਤੇ ਬਾਕੀ ਦੇਸ਼ ਅੰਦੋਲਨ ਚੱਲ ਰਿਹਾ ਹੈ। 27 ਤਰੀਕ ਦੇ ਭਾਰਤ ਬੰਦ ਤਿਆਰੀ ਅੰਦੋਲਨ ਲੱਗਣਾ ਹੈ, ਉਹ ਆਪਣੇ ਢੰਗ ਨਾਲ ਕੰਮ ਕਰਕੇ ਮੋਰਚਾ ਪੱਕਾ ਇੱਥੇ ਲੱਗ ਗਿਆ ਕਰਨਾ। ਤੇ ਸਰਕਾਰ ਜਾਏਗੀ ਗੱਲ ਇਸ ਮਸਲੇ ਨੂੰ ਹੱਲ ਕਰਦਾ, ਕਿਉਂਕਿ ਜਿਹੜਾ ਕਰਨਾਲ ਵਾਲਾ ਮਸਲਾ ਆ ਉਹ ਬਹੁਤ ਸਥਾਨਕ ਪੱਧਰ ਦਾ ਮਾਮਲਾ ਹੈ, ਉਹਦੇ 'ਚ ਬਹੁਤ ਵੱਡੀਆਂ ਮੰਗਾਂ ਵੀ ਨੇ ਤੇ ਉਹ ਸਰਕਾਰ ਚੁੱਪ ਚ ਕਰ ਸਕਦੀ ਹੈ। ਸਰਕਾਰ ਦੀ ਜ਼ਿੱਦ ਜਿਹੜੀ ਹੈ ਉਹ ਹਾਲਾਤ ਨੂੰ ਵਿਗਾੜਨ ਵੱਲ ਸਾਡੇ ਜਾ ਗਿਆ ਤੇ ਜਿਹਦਾ ਅਲਟੀਮੇਟਲੀ ਜਿਹੜਾ ਨੁਕਸਾਨ ਹੈ ਉਹ ਸਰਕਾਰ ਚਲਾਉਣ ਵਾਲੀ ਧਿਰ ਜਿਹੜੀ ਹੈ ਭਾਰਤ ਪਾਰਟੀ ਨੂੰ ਹੋਣਾ ਹੈ, JJP ਨੂੰ ਹੋਣਾ, ਖਾਸ ਤੌਰ 'ਤੇ JJP ਸ਼ਕਤੀਸ਼ਾਲੀ ਵਾਲੀ ਪਾਰਟੀ ਜਿਹੜੀ ਹੈ ਉਹਨੂੰ ਹੋਣਾ ਹੈ। ਸ਼ਾਇਦ ਉਹਨੂੰ ਇਸ ਗੱਲ ਦਾ ਹੱਲ ਹੀ ਨਹੀਂ ਹੈ ਤੇ ਇੱਕ ਲੰਬੀ ਗੱਲ ਹੋ ਸਕਦੀ ਹੈ, ਸਾਡੀ ਸਭਾ ਸਾਡਾ ਕੱਲ੍ਹ ਬਹੁਤ ਗੱਲਾਂ ਕਰਾਂਗੇ। ਆਖਰੀ ਗੱਲ ਜਿਹੜੀ ਕੈਪਟਨ ਬਿੰਦਰ ਵਾਲੀ ਜਿਹੜੀ ਤੁਸੀਂ ਕਹਿ ਰਹੇ ਹੋ, ਤੇ ਮੈਂ ਸਮਝਦਾ ਠੀਕ ਹੈ, ਅਸੀਂ ਬਹੁਤ ਵਾਰੀ ਗੱਲ ਕਰਦੇ ਹਾਂ ਪਾਲਿਸੀ ਕੀ ਹੋਣੀ ਚਾਹੀਦੀ ਹੈ, ਦੇਸ਼ ਦੀ ਜਿਹੜੀ ਖੇਡ ਨੀਤੀ ਕੋਈ ਨਹੀਂ ਹੈ ਜਿਹਦੇ ਕਰਕੇ ਅਸੀਂ ਮੁਕਾਬਲੇ 'ਚ ਨਹੀਂ ਹੈ। 5-4 ਮੈਡਲ ਜਿੱਤ ਕੇ ਖੁਸ਼ੀਆਂ ਜਿਹੜੀਆਂ ਮਨਾ ਲੈਂਦੇ ਆ, ਚੰਗਾ ਲੱਗਦਾ। ਕੁਝ ਤਾਂ ਸਾਡੇ ਖਿਡਾਰੀਆਂ ਨੇ ਕੀਤੇ, ਖਿਡਾਰੀਆਂ ਦੇ ਮਾਣ ਹੈ, ਖਿਡਾਰੀਆਂ ਸਰਕਾਰ ਦੇ ਮਾਣ ਹੈ ਨਾ, ਦੇਸ਼ ਦੀ ਸਰਕਾਰ ਨਾਲ ਕਿਸੇ ਸਟੇਟ ਦੀ ਗੌਰਮੈਂਟ ਉਹਦੇ ਫਰਕ ਨਾਲ ਸਾਰੀਆਂ ਸਟੇਟ ਗੌਰਮੈਂਟਸ ਵੀ ਉਸੇ ਤਰ੍ਹਾਂ ਵਿਹਾਰ ਕਰਦੀ ਹੈ ਜਿਸ ਤਰ੍ਹਾਂ ਦੀ ਕੇਂਦਰ ਸਰਕਾਰ ਕਰਦੀ ਹੈ। ਕੋਈ ਸਾਡੀ ਖੇਡ ਨੀਤੀ ਨਹੀਂ ਹੈ, ਲੋੜ ਖੇਡ ਨੀਤੀ ਬਣਾ ਕੇ ਉਹਦੇ 'ਤੇ ਕੰਮ ਕਰਨਾ। ਪਰ ਮੈਨੂੰ ਲੱਗਦਾ ਹੈ ਕਿ ਹਰ ਗੱਲ 'ਤੇ ਵੀ ਜਿਹੜੀ ਮੁੱਦਾਗਿਰੀ ਹੈ ਜੇ ਕੈਪਟਨ ਅਮਰਿੰਦਰ ਨੂੰ ਪੂਰਾ ਚਾਅ ਆ ਆਪ ਖਾਣਾ ਬਣਾਉਣ ਦਾ, ਭਾਵੇਂ ਉਹਨੂੰ ਇਹਦਾ ਕਿਤੇ ਨਾ ਕਿਤੇ ਸੂਚੀਆਂ ਹੀ ਮਿਲਦੀਆਂ ਹੋਣ, ਟੀਲੇ 'ਚ ਕੜਛੀ ਹਿਲਾਉਂਦੇ ਦਿਖਾਈ ਦਿੰਦੇ ਹੋਣ, ਇੱਦਾਂ ਦੀਆਂ ਤਸਵੀਰਾਂ ਹੋਣ, ਤੇ ਪਰ ਉਹਨਾਂ ਨੂੰ ਬਿਲਕੁਲ ਕੋਈ ਵਿਅਕਤੀ ਖਾਣੇ ਤੋਂ ਬੁਲਾਉਂਦਾ ਹੈ ਆਪਣੇ ਖਿਡਾਰੀਆਂ ਦਾ ਮਾਣ ਕਰਦਾ, ਕੋਈ ਮੈਨੂੰ ਲੱਗਦਾ ਇਹਦੀ ਕੋਈ ਬਹੁਤ ਤਕਲੀਫ ਨਹੀਂ ਕਰਦੀ ਸੀ। ਉਹ ਆਪਣੀ ਥਾਂ 'ਤੇ ਹੈ, ਇਹ ਮਾਮਲਾ ਆਪਣੀ ਥਾਂ ਦੇ ਉੱਤੇ ਹੈ, ਸਪੋਰਟਸ ਪਾਲਿਸੀ ਆਪਣੀ ਥਾਂ ਦੇ ਉੱਤੇ ਹੈ, ਇਸ ਨੂੰ ਜ਼ੋਰ ਦੇਣਾ ਚਾਹੀਦਾ ਕਿ
ਪਰ ਉਹਨਾਂ ਦਾ ਆਪਣਾ ਇੱਕ ਸੁਭਾਅ ਆ, ਉਹਨਾਂ ਨੇ ਬੋਲਦਿਆਂ ਜਿਸ ਦਿਨ ਖਿਡਾਰੀ ਆਏ ਸੀ ਉਹਨਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਦਾ ਪ੍ਰੋਮਿਸ ਕੀਤਾ ਸੀ ਕਿ ਮੈਂ ਆਪ ਖਾਣਾ ਕੁਛ ਘੱਟ ਖਾਂਦਾ ਵਧੀਆ, ਪਰ ਮੇਰਾ ਜੀ ਕਰਨਾ ਹੁੰਦਾ ਮੈਂ ਖਾਣਾ ਖਵਾਵਾਂ, ਕਿਸੇ ਨੂੰ ਆਪ ਬਣਾ ਕੇ ਖਵਾਵਾਂ। ਇੱਦਾਂ ਦੀਆਂ ਗੱਲਾਂ ਕੀਤੀਆਂ ਸੀ। ਇਸ ਕਰਕੇ ਉਹਨਾਂ ਨੇ ਇੱਕ ਕੁੜੀ ਦਾ ਨਾਂ ਲੈ ਕੇ ਕਮਲਜੀਤ ਦਾ ਕਿਹਾ ਸੀ ਉਸ ਦਿਨ ਵੀ ਮੈਨੂੰ ਪਤਾ ਲੱਗਾ ਕਿ ਤੁਸੀਂ ਖਾਣੇ ਦੇ ਬਹੁਤ ਸ਼ੌਕੀਨ ਹੋ ਤੇ ਤੁਸੀਂ ਆਪਣੇ ਪਰਿਵਾਰ ਨਾਲ ਮੇਰੇ ਨਾਲ ਆਇਓ, ਜਿੱਥੇ ਕਹੋਗੇ ਮੈਂ ਲੈ ਕੇ ਜਾਊਂਗਾ ਤੁਹਾਨੂੰ ਖਾਣਾ ਖਵਾਉਣ। ਨਾਲ ਦੀ ਨਾਲ ਉਹਨਾਂ ਦੇ ਮਨ 'ਚ ਆਇਆ ਸੀ ਬਾਕੀ ਖਿਡਾਰੀਆਂ ਬਾਰੇ, ਕੈਪਟਨ ਅਮਰਿੰਦਰ ਨੇ ਕਿਹਾ ਸੀ ਵੀ ਚਲੋ ਏਦਾਂ ਕਰਦੇ ਆ, ਤੁਸੀਂ ਬਾਕੀ ਵੀ ਖਾਣ ਦੇ ਸ਼ੌਕੀਨ ਹੋਣਗੇ, ਮੈਂ ਤੁਹਾਨੂੰ ਬੁਲਾਊਂਗਾ, ਆਪਣੇ ਹੱਥ ਦਾ ਖਾਣਾ ਬਣਾ ਕੇ ਖਵਾਊਂਗਾ। ਉਹ ਉਹਨਾਂ ਨੇ ਆਪਣੀ ਕਈ ਹੋਈ ਗੱਲ ਕੀਤੀ। ਮੈਨੂੰ ਲੱਗਦਾ ਇਹਦੇ 'ਚ ਬਹੁਤਾ ਬਹੁਤੀ ਪੋਲੀਟਿਕਸ ਨਹੀਂ, ਇਹ ਉਹਨਾਂ ਨੇ ਇੱਕ ਸਵਾਲ ਹੈ ਹਿੱਸਾ ਹੁੰਦਾ। ਉਂਝ ਅਸੀਂ ਬਹੁਤ ਕਿੰਨੀ ਕਰਦੇ ਹਾਂ ਸਰਕਾਰ ਦੀ। ਬਿਲਕੁਲ ਠੀਕ ਹੈ ਦਸਾਂਝ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ, ਸਮਾਂ ਹੋ ਗਿਆ, ਤੁਹਾਡਾ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਦਸਾਂਝ ਸਾਹਿਬ, ਕਾਲੀ ਚੌ